ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ। ਅੱਜ 8ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਹੈ ਔਰ 9ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ। ਸੋ 8ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਹੜੇ ਬਾਲ ਸਰੀਰ, ਜਿਹੜਾ ਬਾਲ ਜੀਵਨ ਦੇ ਵਿੱਚ ਸਤਿਗੁਰਾਂ ਨੇ ਇੰਨੀ ਰਹਿਮਤ ਕੀਤੀ ਸੰਸਾਰ ਦੇ ਉੱਤੇ, ਕਸ਼ਟ ਆਪਣੇ ਉੱਤੇ ਲੈ ਕੇ ਮਹਾਰਾਜ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ। ਸਤਿਗੁਰਾਂ ਨੂੰ ਬਾਰੰਬਾਰ ਨਮਸਕਾਰਾਂ, ਬਾਰ ਦੰਡੋਤ ਪ੍ਰਣਾਮਾਂ ਸਾਡੀਆਂ। ਔਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸੰਗਤ ਜੀ, ਲੱਖ ਲੱਖ ਵਧਾਈਆਂ। ਸੋ ਗੁਰੂ ਦੀ ਮਹਿਮਾ ਕੋਈ ਗਾ ਹੀ ਨਹੀਂ ਸਕਦਾ। ਜਿਵੇਂ ਪਰਮਾਤਮਾ ਦੀ ਮਹਿਮਾ ਨਹੀਂ ਗਾਈ ਜਾ ਸਕਦੀ, ਗੁਰੂ ਦੀ ਵੀ ਨਹੀਂ। ਬਸ ਸਿਰਫ ਇਹ ਆ ਕਿ ਗੁਰੂ ਨੂੰ ਯਾਦ ਅਸੀਂ ਕਰ ਸਕਦੇ ਹਾਂ ਮਿਲ ਕੇ। ਤੋ ਸੰਗਤ ਜੀ, ਜਦੋਂ 8ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਵਕਤ ਕਹਿ ਦਿੱਤਾ ਕਿ ਸਾਡੀ ਜੋਤ ਜਿਹੜੀ ਹੈ ਉਹ ਬਾਬਾ ਬਕਾਲਾ। ਬਾਬਾ ਮਤਲਬ ਰਿਸ਼ਤੇ ਵਿੱਚ ਜਿਹੜੇ ਸਾਡੇ ਬਾਬਾ ਜੀ ਦਾਦਾ ਜੀ ਲੱਗਦੇ ਹੋਣਗੇ ਔਰ ਉਹ ਬਕਾਲੇ ਦੇ ਵਿੱਚ ਹੋਣਗੇ। ਇਹ ਕਹਿ ਕੇ ਸਤਿਗੁਰੂ ਜੀ ਤਾਂ ਜਿਹੜਾ ਜੋ ਗੁਰਾਈ ਦੀਆਂ ਸਮਾਨ ਹੁੰਦਾ ਉਹ ਸਾਰਾ ਦੇ ਕੇ ਸਿੱਖਾਂ ਨੂੰ ਆਪ ਅਕਾਲ ਪੁਰਖ ਦੇ ਵਿੱਚ ਭੇਦ ਹੋ ਗਿਆ, ਜੋਤੀ ਜੋਤ ਸਮਾ ਗਏ। ਤਾਂ ਲੇਕਿਨ ਹੁਣ ਇਹ ਨਹੀਂ ਸੀ ਪਤਾ ਕਿ ਗੁਰੂ ਕੌਣ ਹੈ ਸਿੱਖਾਂ ਨੂੰ। ਕਾਰਨ ਕੀ ਹੋ ਗਿਆ? ਉੱਦਾਂ ਤਾਂ ਸਿੱਖ ਜਾਣਦੇ ਸਨ ਕਿ ਬਾਬਾ ਬਕਾਲੇ ਦੇ ਵਿੱਚ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਮੌਜੂਦ ਨੇ, ਬੰਦਗੀ ਵਿੱਚ ਨੇ। 26 ਸਾਲ ਹੋ ਗਏ ਨੇ ਉਹਨਾਂ ਨੂੰ ਉੱਥੇ, ਤਾਂ ਬੜੀ ਉਹਨਾਂ ਦੀ ਉੱਚੀ ਅਵਸਥਾ ਹੈ। ਲੇਕਿਨ ਜਦੋਂ ਇੱਥੋਂ ਇੱਧਰ ਗੁਰੂ ਮਹਾਰਾਜ ਨੇ ਬਚਨ ਕੀਤੇ ਨੇ ਕਿ ਸਾਡੀ ਜੋਤ ਜਿਹੜੀ ਬਾਬਾ ਬਕਾਲਾ, ਤਾਂ ਉਧਰੋਂ ਫਿਰ ਜਿਹੜੇ ਸਤਿਗੁਰਾਂ ਦੇ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਰਿਸ਼ਤੇ ਵਿੱਚ ਬਾਬੇ ਲੱਗਦੇ ਨੇ ਨਾ, ਸੋਢੀ ਕੁਲ ਦੇ ਵਿੱਚੋਂ, ਉਹ ਸਾਰੇ ਹੀ ਆ ਕੇ ਉੱਥੇ ਬੈਠ ਗਏ, ਆਪਣੀਆਂ ਗੱਦੀਆਂ ਲਗਾ ਕੇ ਬੈਠ ਗਏ ਬਕਾਲੇ ਦੇ ਵਿੱਚ। ਇਹ ਹੁਣ ਉੱਥੇ ਦੀਆਂ ਸੰਗਤਾਂ ਲਈ, ਸਾਰਿਆਂ ਲਈ ਬੜਾ ਮੁਸ਼ਕਲ ਸੀਗਾ। ਇਹ 22 ਗੱਦੀਆਂ ਕਹਿੰਦੇ ਲਗਾ ਕੇ ਬੈਠੇ ਹੋਏ ਸਨ ਵੀ ਕੌਣ ਗੁਰੂ ਹੋਵੇਗਾ। ਸੋ ਉਧਰੋਂ ਦਿੱਲੀ ਤੋਂ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਭਾਈ ਗੁਰਦਿੱਤਾ ਜੀ, ਉਹ ਸਾਰੀਆਂ ਗੁਰਿਆਈ ਦੀਆਂ ਰਸਮਾਂ ਲੈ ਕੇ ਪਹੁੰਚੇ ਨੇ। ਉਹ ਜਾਣਦੇ ਸਨ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿੱਚ ਹੀ ਜੋਤ, ਤਾਂ ਉਦੋਂ ਹੀ ਪਰਮੇਸ਼ ਕਰ ਗਏ ਪ੍ਰਵੇਸ਼ ਜਦੋਂ ਸਤਿਗੁਰਾਂ ਨੇ ਬਚਨ ਕਰ ਦਿੱਤੇ। ਉਹ ਗੁਰਾਈ ਦੀਆਂ ਰਸਮਾਂ ਸਾਰੀਆਂ ਦਾ ਉਹਨਾਂ ਨੇ ਆ ਕੇ ਕਰ ਦਿੱਤੀਆਂ। ਲੇਕਿਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਇਹ ਗੁਪਤ ਰੱਖਣਾ। ਕਾਰਨ ਕੀ ਸੀ? ਸਤਿਗੁਰੂ ਜੀ ਜਾਣਦੇ ਸਨ ਵੀ ਕਿੰਨੇ ਜਾਣੇ ਜਿਹੜਾ ਆ ਗੁਰੂ ਬਣ ਕੇ ਦਿਖਾਉਣਾ ਚਾਹੁੰਦੇ ਨੇ ਤਾਂ ਸੰਗਤਾਂ ਨੂੰ ਭੁਲੇਖੇ ਪੈ ਜਾਣੇ ਨੇ। ਤਾਂ ਉਹ ਫਿਰ ਜਦੋਂ ਸਮਾਂ ਆਉਣਾ ਸੀ ਮਹਾਰਾਜ ਨੇ ਉਦੋਂ ਆਪਣੇ ਆਪ ਨੂੰ ਪ੍ਰਗਟ ਕਰਨਾ ਸੀ। ਸੋ ਫਿਰ ਉੱਥੇ 22 ਗੁਰੂ ਗੱਦੀਆਂ ਲਗਾ ਕੇ ਬੈਠੇ ਨੇ, ਜਿਹੜੇ ਸੱਚੇ ਗੁਰੂ ਦੀ ਜਿਨ੍ਹਾਂ ਨੂੰ ਤਲਾਸ਼ ਹੈ। ਸੰਗਤਾਂ ਬੜੀਆਂ ਹੈਰਾਨ ਪਰੇਸ਼ਾਨ ਨੇ ਵੀ ਕਿਹਨੂੰ ਗੁਰੂ ਮੰਨੀਏ। ਸੋ ਕੋਈ ਜਾਂਦੀਆਂ ਨੇ ਸੰਗਤਾਂ, ਉਹਨਾਂ ਨੂੰ ਤੁਹਾਡਾ ਆਹ ਕੰਮ ਹੋ ਜਾਏਗਾ, ਇੱਥੋਂ ਤੱਕ ਹੈ। ਲੇਕਿਨ ਰੂਹਾਨੀਅਤ ਦਾ ਜਿਹੜਾ ਬੰਧਨਾਂ ਤੋਂ ਖਲਾਸੀ ਦਵਾ ਦੇਣੀ ਨਾ, ਜਿਹੜਾ ਗੁਰੂ ਕੋਲ ਖੇਡ ਹੈ, ਗੁਰਦਾਤਾ ਗੁਰ ਹਿਵੈ ਕਰ, ਗੁਰ ਦੀਪਕ ਤੇ ਲੋਏ। ਗੁਰੂ ਕੋਲ ਹੋਰ ਕੀ ਆ? ਅਮਰ ਪਦਾਰਥ ਨਾਨਕਾ ਮਨ ਮਾਨੇ ਸੱਚ ਹੋਏ। ਸੋ ਉਹ ਗੁਰੂ ਕੋਲ ਅਮਰ ਪਦਾਰਥ ਹੈ ਜਿਹੜਾ ਕਿ ਸਾਨੂੰ ਜਨਮ ਮਰਨ ਦੇ ਬੰਧਨਾਂ ਤੋਂ ਬਾਹਰ ਲੈ ਜਾਂਦਾ। ਬਾਕੀ ਪਦਾਰਥ ਵੀ ਹੈ ਤਾਂ ਗੁਰੂ ਕੋਲ। ਗੁਰੂ ਦਾਤਾ ਹੈ, ਸਾਰੀਆਂ ਦਾਤਾ ਦੇਣ ਵਾਲਾ, ਮਤਲਬ ਲੋਕ ਤੇ ਪਰਲੋਕ ਦੋਨੋਂ ਗੁਰੂ ਦਿੰਦਾ। ਪਰ ਉਹ ਜਿਹੜੇ 22 ਗੱਦੀਆਂ ਲਗਾ ਕੇ ਬੈਠੇ ਹੋਏ ਨੇ, ਉਹ ਥੋੜੀ ਬੰਦਗੀ ਕਰਕੇ ਰਿੱਧੀਆਂ ਸਿੱਧੀਆਂ ਸ਼ਕਤੀਆਂ ਇਹੋ ਜਿਹਾ ਤਾਂ ਉਹਨਾਂ ਕੋਲ ਹੈ, ਪਰ ਰੂਹਾਨੀਅਤ ਦੀ ਖੇਡ ਨਹੀਂ। ਹੁਣ ਸੰਗਤਾਂ ਨੂੰ ਪਤਾ ਨਹੀਂ ਚੱਲਦਾ। ਉਹ ਜਿਹੜੀਆਂ ਪ੍ਰੇਮੀ ਨੇ, ਜਿਹੜੀਆਂ ਗੁਰੂ ਨਾਨਕ ਦੇ ਘਰ ਤੋਂ ਦੇ ਨਾਲ ਬੜੇ ਪ੍ਰੇਮ ਨਾਲ, ਸ਼ਰਧਾ ਨਾਲ ਜੁੜੀਆਂ ਨੇ, ਜਿਹੜੀਆਂ ਜਾਣਦੀਆਂ ਨੇ ਵੀ ਗੁਰੂ ਨਾਨਕ ਦੇ ਘਰ ਵਿੱਚ ਕਿਹੜੀ ਦਾਤ ਹੈ, ਉਹ ਬੜੀਆਂ ਹੈਰਾਨ ਪਰੇਸ਼ਾਨ ਨੇ। ਫਿਰ ਪਰਮਾਤਮਾ ਨੇ, ਸਤਿਗੁਰਾਂ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਗੁਰੂ ਨਾਨਕ ਦੀ ਜੋਤ ਨੇ ਫਿਰ ਇੱਕ ਇਹੋ ਜਿਹੀ ਵਿਧ ਰਚੀ ਜਿੱਥੋਂ ਕਿ ਗੁਰੂ ਪ੍ਰਗਟ ਹੋਏ ਨੇ, ਬਾਬਾ ਮੱਖਣ ਸ਼ਾਲਵਾਣਾ। ਸੋ ਇਹ ਬਾਬਾ ਮੱਖਣ ਸ਼ਾਲਵਾਣਾ ਜਿਹੜੇ ਨੇ ਬੜੇ ਵੱਡੇ ਵਪਾਰੀ ਨੇ ਸੰਗਤ ਜੀ, ਬਹੁਤ ਵੱਡੇ ਬਿਜ਼ਨਸਮੈਨ ਨੇ। ਏਸ਼ੀਆ ਦੇ ਵਿੱਚ ਜਿਹੜੇ 3 ਵੱਡੇ ਵਪਾਰੀ ਹੋਏ ਨੇ ਉਸ ਵਕਤ, ਉਹਨਾਂ ਦੇ ਵਿੱਚੋਂ ਜਿਹੜੇ ਸਭ ਤੋਂ ਵੱਡੇ ਵਪਾਰੀ ਜਿਹੜੇ ਨੇ ਉਹ ਲੱਖੀ ਸ਼ਾਹ ਵਣਜਾਰਾ ਜੀ ਨੇ। ਉਹਨਾਂ ਦਾ ਵੀ ਅਸੀਂ ਜੀਵਨ ਦੇ ਅੱਜ ਥੋੜ੍ਹੇ ਜਿਹੇ ਦਰਸ਼ਨ ਕਰਾਂਗੇ। ਗੁਰੂ ਕੇ ਸਿੱਖਾਂ ਦੇ ਦਰਸ਼ਨ ਜ਼ਰੂਰ ਕਰਾਂਗੇ ਵੀ ਇਹ ਸਿੱਖਾਂ ਦਾ ਜਿਹੜੇ ਐਡੇ ਰਾਜਿਆਂ ਵਰਗੇ ਜਿਨ੍ਹਾਂ ਦਾ ਜੀਵਨ ਔਰ ਕਿੰਨਾ ਗੁਰੂ ਨੂੰ ਸਮਰਪਿਤ।
ਔਰ ਕਿਤਨਾ ਇਹ ਸਾਰਾ ਰਾਜ ਸੁੱਖ ਭੋਗਦਿਆਂ ਹੋਇਆ ਕਿਵੇਂ ਡਿਟੈਚ ਨੇ, ਕਿਵੇਂ ਗੁਰੂ ਦੇ ਨਾਲ ਜੁੜੇ ਹੋਏ ਨੇ। ਅੱਜ ਅਸੀਂ ਇਹ ਸਿੱਖਿਆ ਲੈਣੀ ਹੈ। ਅਸੀਂ ਤਾਂ ਛੋਟਾ ਸਾਡੇ ਕੋਲ ਉਹਦੇ ਵਿੱਚ ਹੀ ਫਸੇ ਆ, ਇਹਨਾਂ ਕੋਲ ਐਡੇ ਰਾਜ ਭਾਗ ਨੇ, ਤਾਂ ਕਿਵੇਂ ਇਹਨਾਂ ਨੇ ਗੁਰੂ ਦੇ ਉੱਤੇ ਆਪਣਾ ਆਪ ਮਾਰ ਕੇ ਰੱਖ ਦਿੱਤਾ। ਸੋ ਲੱਖੀ ਸ਼ਾਹ ਵਣਜਾਰਾ ਜੀ ਜਿਹੜੇ ਨੇ, ਇਹ ਸਭ ਤੋਂ ਵੱਡੇ ਵਪਾਰੀ ਨੇ ਹਿੰਦੁਸਤਾਨ ਦੇ ਵਿੱਚ। ਰਾਜੇ ਹਿੰਦੁਸਤਾਨ ਦੇ ਬਾਦਸ਼ਾਹ ਤੋਂ ਬਾਅਦ ਅਗਰ ਕੋਈ ਅਮੀਰ ਵਿਅਕਤੀ ਹੈ ਤਾਂ ਲੱਖੀ ਸ਼ਾਹ ਵਣਜਾਰਾ ਜੀ। ਇਹਨਾਂ ਦੇ ਜੀਵਨ ਵਿੱਚ ਅਸੀਂ ਆਵਾਂਗੇ। ਫਿਰ ਦੂਸਰੇ ਨੰਬਰ ਦੇ ਜਿਹੜੇ ਵੱਡੇ ਵਪਾਰੀ ਨੇ ਉਹ ਭਾਈ ਬੱਲੂ ਜੀ, ਜਿਹੜੇ ਕਿ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਨੇ। ਸੋ ਇਹਨਾਂ ਦੇ ਪਿਤਾ ਜੀ ਵੀ ਵੱਡੇ ਵਪਾਰੀ, ਇਹ ਖੁਦ ਵੀ ਬੜੇ ਅਮੀਰ ਪਰਿਵਾਰ ਨੂੰ ਬਿਲੋਂਗ ਕਰਦੇ ਨੇ। ਤੇ ਜਿਹੜੇ ਤੀਸਰੇ ਨੇ ਬਾਬਾ ਮੱਖਣ ਸ਼ਾਹ ਜੀ ਲੁਬਾਣਾ। ਇਹਨਾਂ ਦੇ ਕੁਝ ਇਤਿਹਾਸਕਾਰ 170 ਲਿਖਦੇ ਨੇ, ਕੁਝ ਲਿਖਦੇ ਨੇ 200 ਤੋਂ ਵੀ ਜ਼ਿਆਦਾ ਸਮੁੰਦਰ ਦੇ ਵਿੱਚ ਇਹਨਾਂ ਦੇ ਸਮੁੰਦਰੀ ਬੇੜੇ, ਜਿਨ੍ਹਾਂ ਨੂੰ ਸਮੁੰਦਰੀ ਜਹਾਜ਼ ਵੀ ਅਸੀਂ ਕਹਿ ਲੈਂਦੇ, ਉਹ ਚੱਲਦੇ ਸੀ। ਇਹਨਾਂ ਦਾ ਇੰਨਾ ਬਿਜ਼ਨਸ ਸੀ। ਸੋ ਲੁਬਾਣਾ ਮਤਲਬ ਜਿਹੜਾ ਬਣਿਆ ਇਹਨਾਂ ਦਾ, ਲੁਬਾਣਾ ਪਿੱਛੇ ਕਿਹਾ ਜਾਂਦਾ ਇਹ ਲੂਣ ਵੇਚਣ ਦਾ ਕੰਮ ਕਰਦੇ ਸੀ, ਲੂਣ ਦਾ। ਸੋ ਅੱਗੇ ਇਸ ਤਰ੍ਹਾਂ, ਅੱਜ ਤਾਂ ਹੁਣ ਸਮੁੰਦਰ ਚੋਂ ਬਣ ਜਾਂਦਾ, ਅੱਗੇ ਇਸ ਤਰ੍ਹਾਂ ਨਹੀਂ ਸੀ। ਤਾਂ ਲੂਣ ਦੀਆਂ ਜਿਹੜੀਆਂ ਨਮਕ ਦੀਆਂ ਚਟਾਨਾਂ ਸਨ, ਉਹ ਇਹਨਾਂ ਦੇ ਜਿਹੜੇ ਵਰਕਰ ਸਨ, ਉਹ ਉਹਨੂੰ ਉਹਦੇ ਵਿੱਚੋਂ ਲੂਣ ਤਿਆਰ ਕਰਕੇ ਫਿਰ ਉਹ ਅੱਗੇ ਵੇਚਦੇ ਸਨ। ਤਾਂ ਕਾਫੀ ਇਹਨਾਂ ਦਾ ਵੱਡਾ ਫੈਲਿਆ ਹੋਇਆ ਬਿਜ਼ਨਸ ਸੀ, ਜਿਨ੍ਹਾਂ ਦੇ ਸਮੁੰਦਰ ਦੇ ਵਿੱਚ ਦੇਖੋ ਉਸ ਜ਼ਮਾਨੇ ਦੇ ਵਿੱਚ 170 ਜਾਂ 200 ਤੋਂ ਉੱਤੇ ਵੀ ਇਤਿਹਾਸਕਾਰ ਲਿਖਦੇ ਨੇ, ਇੰਨੇ ਇਹਨਾਂ ਦੇ ਸਮੁੰਦਰੀ ਬੇੜੇ ਚੱਲ ਰਹੇ ਸਨ। ਇੰਨੇ ਵੱਡੇ ਵਪਾਰੀ ਸਨ, ਬੜੇ ਅਮੀਰ ਸਨ ਇਹ। ਤਾਂ ਇਹ ਆਪਣਾ ਜਿਹੜਾ ਲੈ ਕੇ ਵਿਦੇਸ਼ਾਂ ਵਿੱਚ ਵੀ ਆਪਣਾ ਨਮਕ ਵੇਚਣ ਜਾਂਦੇ ਸਨ। ਤਾਂ ਹੁਣ ਵੀ ਇਹਨਾਂ ਦਾ ਜਿਹੜਾ ਸਮੁੰਦਰ ਦੇ ਵਿੱਚ ਇਹਨਾਂ ਦਾ ਕਾਫੀ ਵੱਡਾ ਬੇੜਾ, ਜਿਹਦੇ ਵਿੱਚ ਆਪਣਾ ਬਿਜ਼ਨਸ ਕਰਨ ਜਾ ਰਹੇ ਨੇ। ਉੱਥੇ ਇੱਕ ਇਹੋ ਜਿਹਾ ਸਮੁੰਦਰੀ ਤੂਫਾਨ ਆ ਗਿਆ, ਤਾਂ ਇਹਨਾਂ ਦਾ ਜਿਹੜਾ ਬੇੜਾ ਆ ਉਹ ਫਸ ਗਿਆ, ਉਹ ਸਮੁੰਦਰੀ ਜਹਾਜ਼ ਜਿਹਨੂੰ ਅਸੀਂ ਕਹਿ ਸਕਦੇ ਹਾਂ। ਸੋ ਜਿਹੜੇ ਇਹਨਾਂ ਦੇ ਉਹ ਮਲਾਹ ਨੇ, ਉਹ ਚਲਾਉਣ ਵਾਲੇ ਨੇ, ਉਹਨਾਂ ਨੇ ਜੋ ਜੁਗਤ ਲੜਾਣੀ ਸੀ ਸਾਰਾ ਕੁਝ ਕਰ ਲਿਆ, ਲੇਕਿਨ ਉਹ ਹੁਣ ਉਹ ਕਹਿ ਰਹੇ ਨੇ ਕਿ ਡੁੱਬਿਆ ਕਿ ਡੁੱਬਿਆ, ਅਸੀਂ ਮਰ ਜਾਣਾ ਸਾਰਿਆਂ ਨੇ। ਸੋ ਮੱਖਣ ਸ਼ਾਹ ਲੁਬਾਣਾ ਜੀ ਜੋ ਨੇ, ਇਹ ਗੁਰੂ ਨਾਨਕ ਦੇ ਘਰ ਦੇ ਸੇਵਕ ਨੇ, ਗੁਰੂ ਨਾਨਕ ਨੂੰ ਬੜਾ ਪ੍ਰੇਮ ਕਰਨ ਵਾਲੇ ਨੇ। ਤੇ ਮੱਖਣ ਸ਼ਾਹ ਲੁਬਾਣੇ ਜੀ ਦਾ ਅਸੀਂ ਪਹਿਲਾਂ ਥੋੜਾ ਜਿਹਾ ਇਤਿਹਾਸ ਦੇਖੀਏ ਵੀ ਇਹ ਭੱਟਵਈਆਂ ਅਨੁਸਾਰ ਜਿਹੜਾ ਰਾਜਾ ਹੋਇਆ, ਧੱਜ ਰਾਜਾ 1340 ਦੇ ਵਿੱਚ, ਇਹ ਉਹਨਾਂ ਦੇ ਅੱਗੇ ਖਾਨਦਾਨ ਵਿੱਚ ਚੱਲੇ ਆ ਰਹੇ ਨੇ। ਇਹਨਾਂ ਦੇ ਜਿਹੜੇ ਵੱਡੇ ਵਡੇਰੇ ਨੇ, ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ। ਕਿਵੇਂ ਹੋਈ ਸੀ? ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗੁਜਰਾਤ ਦੇ ਵਿੱਚ ਪਹੁੰਚੇ ਨੇ ਭਾਈ ਮਰਦਾਨਾ ਜੀ ਦੇ ਨਾਲ, ਉੱਥੇ ਮਹਾਰਾਜ ਜੀ ਦੇਖਦੇ ਨੇ ਵੀ ਇੱਕ ਬੜਾ ਵੱਡਾ ਮਹਿਲ ਵਰਗਾ ਘਰ ਆ, ਤੇ ਉਹਦੇ ਛੱਤ ਦੇ ਉੱਤੇ 4 ਝੰਡੇ ਝੂਲ ਰਹੇ ਨੇ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ, ਕਿਸ ਦਾ ਗ੍ਰਹਿ ਹੈ 4 ਧਵਜ ਝੂਲਤੇ ਹੈ। ਮਤਲਬ ਇਹ ਕਿਹਦਾ ਘਰ ਆ ਜਿਹਦੇ 4 ਝੰਡੇ ਝੂਲਦੇ ਨੇ? ਸੋ ਝੰਡੇ ਝੂਲਣ ਦਾ ਮਤਲਬ ਹੁੰਦਾ, ਉਸ ਵਕਤ ਜਿਹਦੇ ਕੋਲ 1 ਲੱਖ ਸੋਨੇ ਦੀ ਮੋਹਰ ਹੁੰਦੀ ਸੀ, ਆਪਣੀ ਛੱਤ ਦੇ ਉੱਤੇ ਇੱਕ ਝੰਡਾ ਝੁਲਾ ਦਿੰਦਾ ਸੀ। ਇਹਦਾ ਮਤਲਬ 4 ਲੱਖ ਸੋਨੇ ਦੀਆਂ ਮੋਹਰਾਂ ਦੇ ਉਹ ਮਾਲਕ ਸਨ, ਇਹਨਾਂ ਦੇ ਵੱਡੇ ਵਡੇਰੇ ਬਾਬਾ ਮੱਖਣ ਸ਼ਾਹ ਜੀ ਦੇ। ਕਿਉਂਕਿ ਰਾਜਿਆਂ ਦੇ ਖਾਨਦਾਨ ਤੋਂ ਚੱਲੇ ਆ ਰਹੇ ਨੇ, ਰਾਜਾ ਧੱਜ ਇਹਨਾਂ ਦੇ ਵੱਡੇ ਪੁਰਖ ਸਨ ਉੱਥੋਂ ਅੱਗੇ ਤੋਂ ਅੱਗੇ। ਤਾਂ ਇਹ ਜਿਹੜੇ ਨੇ, ਉਹ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਇਸ ਮਾਲਕ ਨੂੰ ਬੁਲਾ ਕੇ ਲੈ ਕੇ ਆਓ। ਤਾਂ ਉਹ ਮਾਲਕ ਆਇਆ। ਉਹ ਮਾਲਕ ਨੇ ਗੁਰੂ ਮਹਾਰਾਜ ਦਾ ਦਰਸ਼ਨ ਕੀਤੇ, ਪੀਰ ਫਕੀਰ ਜਾਣ ਕੇ ਬੜਾ ਸਤਿਕਾਰ ਕੀਤਾ, ਬੜੇ ਆਓ ਭਗਤ ਕੀਤੀ। ਹੁਣ ਗੁਰੂ ਮਹਾਰਾਜ ਕੋਈ ਆਓ ਭਗਤਾਂ ਕਰਾਉਣ ਨਹੀਂ ਸਨ ਗਏ, ਸਤਿਗੁਰ ਤਾਂ ਕਲਿਆਣ ਕਰਨ ਜਾਂਦੇ ਨੇ। ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਇਲਾਹੀ ਉਪਦੇਸ਼ ਦਿੱਤੇ, ਦੱਸਿਆ ਜਿਹੜਾ ਧਨ ਦੌਲਤ ਹੈ ਤਾਂ ਠੀਕ ਆ, ਤੁਹਾਨੂੰ ਮਿਲਿਆ ਤੁਹਾਡੇ ਪੁੰਨਾ ਕਰਕੇ, ਉਹ ਵੰਡ ਕੇ ਵੀ ਛਕਣ ਵਾਲੇ ਸਨ, ਦਾਨ ਪੁੰਨ ਵਾਲੇ ਵੀ ਸਨ, ਆਓ ਭਗਤ ਕਰਨ, ਸਾਰੇ ਗੁਣ ਨੇ ਤੁਹਾਡੇ ਵਿੱਚ। ਪਰ ਮਹਾਰਾਜ ਨੇ ਕਿਹਾ ਜਿਹੜਾ ਅਸਲੀ ਧਨ ਆ ਉਹ ਇਕੱਠਾ ਕਰੋ, ਤੁਸੀਂ ਨਾਮ ਧਨ ਜਿਹੜਾ ਉਹ ਇਕੱਠਾ ਕਰੋ। ਸੋ ਇਲਾਹੀ ਉਪਦੇਸ਼ ਜਦੋਂ ਉਹਨਾਂ ਨੂੰ ਦਿੱਤੇ, ਉਹ ਜਿਹੜਾ ਘਰ ਦਾ ਮਾਲਕ ਸੀ ਜਿਹਦੇ 4 ਝੰਡੇ ਝੂਲ ਰਹੇ ਸਨ, ਸੋ ਉਹ ਉਹਨਾਂ ਦਾ ਨਾਮ ਸੀ ਬਾਬਾ ਸੌਣ ਜੀ, ਤੇ ਸਾਵਣ ਜੀ ਵੀ ਲਿਖਦੇ ਨੇ ਇਤਿਹਾਸਕਾਰ। ਸੋ ਉਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਿੱਖ ਬਣੇ। ਫਿਰ ਉਹ ਆਪਣਾ ਅਮੀਰੀ ਵਿੱਚ ਤਾਂ ਰਹੇ, ਆਪਣੇ ਬਿਜ਼ਨਸ ਤਾਂ ਉਹਨਾਂ ਦੇ ਬਹੁਤ ਚੱਲ ਰਹੇ ਸਨ, ਲੇਕਿਨ ਨਾਲ ਨਾਲ ਜਿਹੜਾ ਨਾਮ ਧਨ ਵੀ ਉਹਨਾਂ ਨੇ ਇਕੱਠਾ ਕੀਤਾ, ਰੂਹਾਨੀਅਤ ਦੇ ਵੀ ਉਹਨਾਂ ਨੂੰ ਭਾਗ ਲੱਗੇ। ਉਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਅੱਗੋਂ ਇਹਨਾਂ ਦਾ ਸਾਰਾ ਹੀ ਪਰਿਵਾਰ ਜਿਹੜਾ ਹੈ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜਦੇ ਰਹੇ। ਜਿਹੜਾ ਬਾਬਾ ਮੱਖਣ ਸ਼ਾਹ ਲੁਬਾਣਾ ਜੀ, ਇਹਨਾਂ ਦੇ ਜਿਹੜੇ ਦਾਦਾ ਜੀ ਸਨ, ਉਹ 1604 ਈਸਵੀ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੂੰ
ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਜਾਂਦੇ ਨੇ। ਉਦੋਂ ਇਹਨਾਂ ਦੀ 15 ਸਾਲ ਉਮਰ ਹੈ। ਉਸ ਤੋਂ ਬਾਅਦ ਫਿਰ 6ਵੇਂ ਪਾਤਸ਼ਾਹੀ, 7ਵੇਂ ਪਾਤਸ਼ਾਹੀ ਸਾਰੇ ਗੁਰੂ ਘਰ ਦੇ ਨਾਲ ਬਾਬਾ ਮੱਖਣ ਸ਼ਾਹ ਲਵਾਣਾ ਜੀ ਜੁੜੇ ਰਹੇ। ਔਰ ਇਸ ਖਾਨਦਾਨ ਦੀ ਰੀਤ ਸੀ, ਇਹ ਆਪਣੀਆਂ ਸੁੱਚੀਆਂ ਕਿਰਤ ਕਮਾਈਆਂ ਦੇ ਵਿੱਚੋਂ ਆਪਣੀ ਬਹੁਤ ਸਾਰੀ ਦਸਵੰਧ ਦੀ ਭੇਟਾ, ਕਿਉਂਕਿ ਅਮੀਰ ਖਾਨਦਾਨ ਸੀ, ਬੜੇ ਰਜਵਾੜੇ ਸਨ, ਤਾਂ ਆਪਣੀ ਦਸਵੰਧ ਭੇਟਾ ਗੁਰੂ ਚਰਨਾਂ ਵਿੱਚ ਅਰਪਣ ਕਰਦੇ ਸਨ। ਉੱਥੇ ਜਾ ਕੇ ਜ਼ਰੂਰ ਸਾਲ ਬਾਅਦ ਇਹਨਾਂ ਨੇ ਜਾਣਾ, ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰਨੇ, ਆਪਣੇ ਪਰਿਵਾਰ ਨੂੰ ਵੀ ਲੈ ਕੇ ਜਾਣਾ। ਇਵੇਂ ਇਹਨਾਂ ਦਾ ਸਿਲਸਿਲਾ ਚੱਲਦਾ ਸੀ। ਹੁਣ 8ਵੇਂ ਪਾਤਸ਼ਾਹੀ ਦਾ ਸਮਾਂ ਚੱਲ ਰਿਹਾ ਸੀ ਤੇ ਆਪਣਾ ਸਮੁੰਦਰ ਦੇ ਵਿੱਚ ਗਏ ਹੋਏ ਸਨ ਆਪਣਾ ਬਿਜ਼ਨਸ ਕਰਨ ਦੇ ਲਈ, ਆਪਣਾ ਜਹਾਜ਼ ਲੈ ਕੇ। ਉੱਥੇ ਜਦੋਂ ਇਹਨਾਂ ਦਾ ਜਹਾਜ਼ ਫਸਿਆ ਹੋਇਆ, ਤਾਂ ਜਿਹਦਾ ਵੀ ਕੋਈ ਇਸ਼ਟ ਹੈ ਉੱਥੇ ਅਰਦਾਸ ਬੇਨਤੀ ਕਰਦਾ। ਕੋਈ ਦੇਵੀ ਦੇਵਤਿਆਂ ਨੂੰ ਮੰਨਦਾ ਉੱਥੇ ਅਰਦਾਸ ਕਰਦਾ, ਕੋਈ ਜਿਸਸ ਨੂੰ ਮੰਨਦਾ ਉੱਥੇ ਕਰਦਾ। ਤਾਂ ਗੁਰੂ ਨਾਨਕ ਦੇ ਸਿੱਖ ਗੁਰੂ ਨਾਨਕ ਦੇ ਘਰ ਅੱਗੇ ਅਰਦਾਸ ਕਰਦੇ ਨੇ। ਸੋ ਬਾਬਾ ਮੱਖਣ ਸ਼ਾਹ ਲਵਾਣਾ ਜੀ ਦੇ ਜਦੋਂ ਉਹਨਾਂ ਨੇ ਵਰਕਰਸ ਨੇ ਕਹਿ ਦਿੱਤਾ ਵੀ ਇਹ ਡੁੱਬ ਜਾਣਾ, ਸਾਡਾ ਸਾਰਾ ਅਸੀਂ ਮਾਰੇ ਜਾਣਾ ਸਾਰਿਆਂ ਨੇ, ਉਹ ਬਾਬਾ ਮੱਖਣ ਸ਼ਾਹ ਜੀ ਫਿਰ ਗੁਰੂ ਨਾਨਕ ਦੇ ਘਰ ਅੱਗੇ ਅਰਦਾਸ ਕਰਦੇ ਨੇ ਕਿ ਗੁਰੂ ਮਹਾਰਾਜ ਜੀ, ਮੇਰਾ ਜਿਹੜਾ ਜਹਾਜ਼ ਆ, ਇਹ ਬੇੜਾ ਆ, ਇਹ ਬੰਨੇ ਕੰਢੇ ਲਾਓ। ਸੋ ਨਾਲ ਫਿਰ ਭਾਵਨਾ ਦੇ ਨਾਲ ਵੀ ਕਿਹਾ ਵੀ ਮੈਂ 500 ਸੋਨੇ ਦੀਆਂ ਮੋਹਰਾਂ ਜਿਹੜੀਆਂ ਉਹ ਮੈਂ ਭੇਟਾ ਕਰਾਂਗਾ। ਵੈਸੇ ਵੀ ਕਰਦੇ ਸਨ, ਇਹ ਨਹੀਂ ਕਿ ਉਦੋਂ ਹੀ ਉਹਨਾਂ ਨੇ ਖਾਸ ਕੀਤੀਆਂ, ਹਰ ਸਾਲ ਆਪਣੀਆਂ ਭੇਟਾਂ ਕਰਦੇ ਸਨ। ਸੋ ਉਹ ਫਿਰ ਇਹਨਾਂ ਦਾ ਨਾਲ ਫਿਰ ਧਿਆਨ ਧਰ ਲਿਆ ਸਤਿਗੁਰਾਂ ਦਾ। ਤੋ ਜਿੰਨਾ ਉਸ ਵਕਤ ਜੋ ਬਾਣੀਆਂ ਪੜ੍ਹਦੇ ਸਨ, ਇਹਨਾਂ ਨੇ ਬਾਣੀ ਪੜ੍ਹੀ, ਯਾਦ ਕੀਤਾ। ਉਹ ਇਹਨਾਂ ਦਾ ਫਿਰ ਜਿਹੜਾ ਇੰਪੋਸੀਬਲ ਕੰਮ ਸੀ, ਇਹਨਾਂ ਦਾ ਉਹ ਬੇੜਾ ਜਿਹੜਾ ਉਹ ਬਿਲਕੁਲ ਕਿਨਾਰੇ ਲੱਗ ਗਿਆ। ਸੋ ਫਿਰ ਸਿੱਖ ਦਾ ਤਾਂ ਇਹ ਹੀ ਆ ਵੀ ਮੈਂ ਜੋ ਹੁਣ ਗੁਰੂ ਦਾ ਨਾਲ ਸ਼ੁਕਰਾਨਾ ਕਰਾਂ, ਨਾਲ ਭੇਟਾ ਅਰਪਣ ਕਰਾਂ। ਇਹ ਫਿਰ ਇਹਨਾਂ ਨੂੰ ਪਤਾ ਚੱਲਿਆ ਸੰਗਤਾਂ ਤੋਂ ਕਿ 8ਵੇਂ ਪਾਤਸ਼ਾਹੀ ਜੋਤੀ ਜੋਤ ਸਮਾ ਗਏ ਨੇ, ਤਾਂ ਉਹਨਾਂ ਨੇ ਕਿਹਾ ਵੀ ਗੁਰੂ ਜਿਹੜਾ ਬਾਬਾ ਬਕਾਲਾ। ਔਰ ਇਹਨਾਂ ਦੇ ਇੰਨਾ ਸ਼ਾਹੀ ਠਾਠ-ਬਾਠ ਸੀ ਬਾਬਾ ਮੱਖਣ ਸ਼ਾਹ ਲਵਾਣਾ ਦਾ, 500 ਇਹਨਾਂ ਦੇ ਨਾਲ ਅੰਗ ਰੱਖਿਅਕ ਹੁੰਦੇ ਸਨ ਔਰ ਹਥਿਆਰਾਂ ਨਾਲ ਲੈਸ, ਕਿਉਂਕਿ ਬਿਜ਼ਨਸ ਐਡੇ ਵੱਡੇ ਸਨ ਤੇ ਉਹ ਬਹੁਤ ਇਹਨਾਂ ਦਾ। ਫਿਰ ਇਹ ਉੱਥੇ ਪਹੁੰਚੇ ਨੇ ਬਹੁਤ ਸਾਰੀਆਂ ਭੇਟਾਂ ਲੈ ਕੇ, ਸੋਨੇ ਦੀਆਂ ਮੋਹਰਾਂ ਲੈ ਕੇ ਉੱਥੇ ਪਹੁੰਚਦੇ ਨੇ। ਜਦੋਂ ਪਤਾ ਚੱਲਦਾ ਵੀ ਇੱਥੇ ਤਾਂ 22 ਗੁਰੂ ਨੇ, ਵੀ ਕਹਿੰਦੇ ਇਹ ਤਾਂ ਨਵੀਂ ਖੇਡ ਹੋ ਗਈ, ਵੀ ਇਹ ਤਾਂ ਇੱਕੋ ਹੀ ਗੁਰੂ ਨਾਨਕ ਦੀ ਜੋਤ ਅੱਗੇ ਚੱਲੀ ਜਾਂਦੀ ਸੀ। ਹੁਣ ਬਿਜ਼ਨਸਮੈਨ ਵੀ ਸਨ, ਵਪਾਰੀ ਸਨ, ਬੁੱਧੀਮਾਨ ਸਨ, ਤਾਂ ਹੀ ਐਡੇ ਐਡੇ ਬਿਜ਼ਨਸ ਚੱਲਦੇ ਨੇ। ਕਿਹਾ ਵੀ ਮੈਂ ਇਵੇਂ ਕਿਵੇਂ ਕਿਸ ਨੂੰ ਗੁਰੂ ਮੰਨ ਲਵਾਂ। ਤੋ ਸਾਰਿਆਂ ਨੇ, ਉਹਨਾਂ ਨੂੰ ਪਤਾ ਲੱਗਿਆ ਵੀ ਮੱਖਣ ਸ਼ਾਹ ਲਵਾਣਾ ਆ, ਪਤਾ ਸੀ ਅਮੀਰ ਆ। ਉਹਨਾਂ ਨੇ ਆਪਣੇ ਅੱਗਿਓਂ ਜਿਹੜੇ ਸੇਵਾਦਾਰ ਸਨ, ਉਹ ਬਾਬਾ ਮੱਖਣ ਸ਼ਾਹ ਲਵਾਣੇ ਨੂੰ ਵੈਲਕਮ ਕਰਕੇ ਲੈ ਕੇ ਜਾ ਰਹੇ ਨੇ। ਇਹ ਗੁਰੂ ਹੈ, ਉਹਨਾਂ ਦੇ ਸੇਵਕ ਕਹਿ ਰਹੇ ਨੇ ਇਹ ਗੁਰੂ ਨੇ। ਬਾਬਾ ਮੱਖਣ ਸ਼ਾਹ ਸਾਰਿਆਂ ਕੋਲ ਹੀ ਜਾਂਦੇ ਨੇ, 2-2 ਸੋਨੇ ਦੀਆਂ ਮੋਹਰਾਂ ਜਿਹੜੀਆਂ ਭੇਟਾਂ ਕਰੀ ਜਾਂਦੇ ਨੇ, ਕਿਉਂਕਿ ਉਹ ਕਹਿੰਦੇ ਨੇ ਜਿਹੜਾ ਸੱਚਾ ਗੁਰੂ ਹੈ, ਮੇਰੀ ਗੁਰੂ ਨਾਲ ਜੋ ਮੇਰੀ ਦਿਲ ਦੀ ਗੱਲ ਹੋਈ ਆ, ਗੁਰੂ ਤਾਂ ਮੇਰਾ ਘਟ ਘਟ ਕੇ ਅੰਤਰ ਕੀ ਜਾਣਤ ਹੈ, ਉਹ ਮੇਰੇ ਦਿਲ ਦੀ ਗੱਲ ਬੁੱਝ ਲਏਗਾ। ਸੋ 2-2 ਲੈ ਕੇ ਮੋਹਰਾਂ ਬੜੀ ਆਸ਼ੀਰਵਾਦ ਦੇਈ ਜਾਂਦੇ ਨੇ, ਤੇਰਾ ਹੋਰ ਕਾਰੋਬਾਰ ਚੱਲੇ, ਤੇਰਾ ਬਿਜ਼ਨਸ ਚੱਲੇ, ਸੁਖੀ ਰਹੋ, ਇਵੇਂ। ਪਰ ਤਸੱਲੀ ਨਹੀਂ ਹੋਈ, ਭਾਈ ਗੁਰੂਆਂ ਨੂੰ ਮਿਲ ਕੇ ਤਸੱਲੀ ਨਹੀਂ ਹੋਈ। ਫਿਰ ਮਨ ਵਿੱਚ ਆਇਆ ਵੀ ਮੈਂ ਇਵੇਂ ਮੁੜਨਾ ਵੀ ਨਹੀਂ, ਇਹਨਾਂ ਚੋਂ ਤਾਂ ਮੈਨੂੰ ਕੋਈ ਗੁਰੂ ਨਹੀਂ ਲੱਗਿਆ। ਮੈਨੂੰ ਤਾਂ ਉਹ ਠੰਡ ਨਹੀਂ ਪਈ ਜਿਹੜਾ ਮੈਂ 6ਵੇਂ ਪਾਤਸ਼ਾਹ ਤੋਂ ਲੈ ਕੇ ਪੰਚਮ ਪਾਤਸ਼ਾਹ ਤੋਂ ਲੈ ਕੇ ਗੁਰੂ ਨਾਨਕ ਦੇ ਦਰਸ਼ਨ ਕਰਦਾ ਆਇਆ, ਵੀ ਮੈਨੂੰ ਠੰਡ ਨਹੀਂ ਪਈ ਕਿਸੇ ਦੇ ਕੋਲੋਂ। ਫਿਰ ਪੁੱਛਿਆ ਪਿੰਡ ਦੇ ਵਿੱਚ ਵੀ ਕੋਈ ਹੋਰ ਵੀ ਗੁਰੂ ਹੈ। ਉਹਨਾਂ ਨੇ ਕਿਹਾ ਹੋਰ ਤਾਂ ਕੋਈ ਗੁਰੂ ਨਹੀਂ, ਪਰ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਤੇਗ ਬਹਾਦਰ ਜੀ, ਉਹ ਕਾਫੀ ਸਾਲਾਂ ਤੋਂ ਇੱਥੇ ਬੰਦਗੀ ਦੇ ਵਿੱਚ ਜਿਹੜੇ ਨੇ, ਉਹ ਬੜੇ ਵਿਰਕਤ ਨੇ ਤੇ ਬੜੇ ਰੂਹਾਨੀਅਤ ਦੇ ਨੇ ਉਹ ਮਾਲਕ। ਪਰ ਉਹ ਤਾਂ ਕੋਈ ਕਿਸੇ ਨਾਲ ਗੱਲ ਵਿਚਾਰਾ ਵੀ ਨਹੀਂ ਕਰਦੇ ਹੈਗੇ, ਉਹ ਤਾਂ ਆਪਣੀ ਬੰਦਗੀ ਵਿੱਚ ਨੇ। ਬਾਬਾ ਮੱਖਣ ਸ਼ਾਹ ਲਵਾਣੇ ਦੇ ਮਨ ਵਿੱਚ ਆਇਆ ਵੀ ਮੈਂ ਉਹਨਾਂ ਦੇ ਵੀ ਦਰਸ਼ਨ ਕਰਨੇ ਨੇ। ਸੋ ਉਹ ਫਿਰ ਬਾਬਾ ਮੱਖਣ ਸ਼ਾਹ ਲਵਾਣੇ ਮਾਤਾ ਜੀ ਦੀ ਇਜਾਜ਼ਤ ਲੈ ਕੇ ਉਹ ਮਹਾਰਾਜ ਦੇ ਕੋਲ ਜਾਂਦੇ ਨੇ। 9ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚਦੇ ਨੇ। ਉਹਨਾਂ ਦੇ ਦਰਸ਼ਨ ਕਰਕੇ ਦਿਲ ਗਵਾਹੀ ਦੇ ਰਿਹਾ ਹੈ, ਹੋ ਨਾ ਹੋ ਗੁਰੂ ਕਿਤੇ ਇਹੀ ਹੈ। ਪਰ ਨਹੀਂ, ਬਿਜ਼ਨਸਮੈਨ ਵਪਾਰੀ ਹੈ, ਇੰਨੇ ਬਾਹਰ ਧੋਖੇ ਹੋਏ ਨੇ, ਤੇ ਮੈਂ ਐਵੇਂ ਨਹੀਂ ਗੁਰੂ ਮੰਨਣਾ। ਤੇ 2 ਮੋਹਰਾਂ ਸੋਨੇ ਦੀਆਂ ਉੱਥੇ ਵੀ ਭੇਟਾਂ ਕਰਦੇ ਨੇ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਕਰਾਉਂਦੇ ਨੇ, ਹੱਥ ਪਕੜ ਲਿਆ ਔਰ ਕਿਹਾ ਸਿੱਖਾ, ਤੂੰ ਗੁਰੂ ਨਾਲ ਵਾਅਦਾ 500 ਦਾ ਕੀਤਾ ਤੇ ਹੁਣ ਤੂੰ ਇੱਥੇ ਭੇਟਾਂ 2 ਕਰ ਰਿਹਾ। ਗੁਰੂ ਨੂੰ ਤੇਰੀ ਮਾਇਆ ਨਾਲ ਕੁਛ ਨਹੀਂ ਆ, ਪਰ ਸਿੱਖ ਆਪਣੇ ਬਚਨ ਤੋਂ ਨਹੀਂ ਫਿਰਦਾ। ਉਹ ਜਿਉਂ ਬਾਬਾ ਮੱਖਣ ਸ਼ਾਹ ਲਵਾਣੇ ਵੀ ਇਹ ਮੇਰੇ ਗੁਰੂ ਨੇ ਦਿਲ ਦੀ ਗੱਲ ਜਾਣ ਲਈ, ਇਹੀ ਗੁਰੂ ਨਾਨਕ ਹੈ। ਬਾਬਾ ਮੱਖਣ ਸ਼ਾਹ ਲਵਾਣੇ ਜਿਵੇਂ ਪਿਆਸੇ ਨੂੰ ਮੱਛੀ ਤੜਪ ਰਹੀ ਹੋਵੇ ਨਾ, ਉਹਨੂੰ ਜਲ ਦੇ ਵਿੱਚ ਪਾ ਦਿੱਤਾ ਜਾਵੇ, ਇਵੇਂ ਇੱਕ ਠੰਡ, ਇੱਕ ਰਾਹਤ। ਉਹ ਗੁਰੂ ਦੇ ਚਰਨਾਂ ਵਿੱਚ ਫਿਰ ਭੁੱਬਾਂ ਮਾਰ ਮਾਰ ਕੇ, ਰੋ ਰੋ ਕੇ ਆਪਣੀ ਸਾਰੀ ਦਿਲ ਦੀ ਵਿਥਿਆ ਦੱਸੀ, ਮਹਾਰਾਜ ਜੀ ਮੈਂ ਭਟਕਦਾ, ਮੈਨੂੰ ਮੇਰਾ ਸੱਚਾ ਗੁਰੂ ਮਿਲ ਗਿਆ। ਸੋ
ਹੁਣ ਬਾਬਾ ਮੱਖਣ ਸ਼ਾਹ ਲੁਬਾਣੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਹ ਫਿਰ ਛੱਤ ਦੇ ਉੱਤੇ ਚੜ੍ਹ ਗਏ, ਇੱਕ ਚੁਬਾਰੇ ਤੇ ਜਾ ਕੇ ਸਾਹਮਣੇ ਘਰ ਦੇ ਛੱਤ ਦੇ ਉੱਤੇ ਚੜ੍ਹ ਕੇ ਫਿਰ ਲੋਕਾਂ ਨੂੰ ਕਿਹਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਆਪਣਾ ਪੱਲਾ ਲਹਿਰਾਇਆ ਇਹਨਾਂ ਨੇ। ਉਹ ਦੀਨ ਦੁਨੀਆ ਦੇ ਲੋਕੋ ਕਹਿੰਦੇ ਨੇ ਸੱਚਾ ਗੁਰੂ ਲੱਭ ਗਿਆ ਹੈ, ਸੱਚਾ ਗੁਰੂ ਲੱਭ ਗਿਆ ਹੈ। ਤੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਫਿਰ ਰਾਤੋਂ ਰਾਤ ਇਹ ਫਿਰ ਜਿਹੜਾ ਹੈ ਬਸਤਰ ਤਿਆਰ ਕਰਵਾਉਂਦੇ ਨੇ, ਵਧੀਆ ਤੋਂ ਵਧੀਆ ਦਰਜੀ ਲੱਭ ਕੇ। ਪਹਿਲਾਂ ਹੀ ਲੈ ਕੇ ਤਾਂ ਆਏ ਸਨ, ਲੇਕਿਨ ਅਨਸਟਿਚਡ ਬਸਤਰ ਲੈ ਕੇ ਆਏ ਸਨ ਗੁਰੂ ਲਈ ਭੇਟਾ ਕਰਨ ਦੇ ਲਈ। ਉਹ ਫਿਰ ਤਿਆਰ ਕਰਵਾਏ, ਬਹੁਤ ਸਾਰੀਆਂ ਭੇਟਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਰਨਾਂ ਵਿੱਚ ਅਰਪਣ ਕੀਤੀਆਂ ਕਿ ਮਹਾਰਾਜ ਜੀ ਹੁਣ ਤੁਸੀਂ ਸੰਗਤ ਦੇ ਸਾਹਮਣੇ ਪ੍ਰਗਟ ਹੋ। ਕਹਿੰਦੇ ਮੈਂ ਨਹੀਂ, ਬਹੁਤ ਸਾਰੀਆਂ ਸਿੱਖ ਸੰਗਤਾਂ ਤਰਸ ਰਹੀਆਂ ਨੇ ਸੱਚਾ ਗੁਰੂ ਕੌਣ ਹੈ, ਔਰ ਆਪਣੇ ਦਸਵੰਧ ਭੇਟਾਂ ਲੈ ਲੈ ਕੇ ਬੈਠੀਆਂ ਨੇ। ਉਹਨਾਂ ਨੇ ਇਹਨਾਂ 22 ਗੁਰੂਆਂ ਨੂੰ ਅਰਪਣ ਨਹੀਂ ਕੀਤੀਆਂ, ਉਹ ਗੁਰੂ ਨਾਨਕ ਹੀ ਲੈ ਕੇ ਬੈਠੀਆਂ ਨੇ। ਸੋ ਉੱਚੇ ਥੜੇ ਤੇ ਬਾਹਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ, ਸੁੰਦਰ ਬਸਤਰ ਪਹਿਨਾ ਕੇ ਦੀਨ ਦੁਨੀਆ ਦੇ ਮਾਲਕ। ਸੋ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੂੰ ਇਹ ਕ੍ਰੈਡਿਟ ਮਿਲਿਆ। ਸੋ ਇਹਨਾਂ ਦਾ ਖਾਨਦਾਨ ਕੋਈ ਘੱਟ ਨਹੀਂ, ਘੱਟ ਮਤਲਬ ਪੈਸੇ ਵੱਲੋਂ ਤਾਂ ਹੈ, ਗੁਰੂ ਨੂੰ ਅਰਪਣ ਹੋਣ ਦੇ ਲਈ ਇੱਕ ਇਹੋ ਜਿਹਾ ਪਰਿਵਾਰ ਹੈ ਬਾਬਾ ਮੱਖਣ ਸ਼ਾਹ ਲੁਬਾਣਾ। ਇਹਨਾਂ ਦੇ ਆਪਣੇ 3 ਸਪੁੱਤਰ ਨੇ, ਸ਼ਾਹੀ ਠਾਠ ਬਾਠ ਇੰਨਾ। ਔਰ ਇਹਨਾਂ ਦਾ ਵੱਡਾ ਪੁੱਤਰ ਖੁਸ਼ਹਾਲ ਸਿੰਘ ਨਿਰਮੋਹਗੜ੍ਹ ਦੇ ਕਿਲੇ ਵਿੱਚ ਸ਼ਹੀਦੀ ਪਾਏ। ਉਸ ਤੋਂ ਛੋਟਾ ਪੁੱਤਰ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦੀ ਪਾਏ। ਮਤਲਬ ਗੁਰੂ ਦੀ ਆਰਮੀ ਵਿੱਚ ਆਪਣੇ ਪੁੱਤਰ ਭਰਤੀ ਕਰਾਏ ਹੋਏ ਨੇ। 3 ਪੁੱਤਰ ਨੇ, ਉਹ ਵੀ ਆਰਮੀ ਵਿੱਚ ਭਰਤੀ ਕਰਾਏ ਨੇ, ਵੀ ਗੁਰੂ ਤੇ ਵਾਰ ਦਿੱਤੇ। ਸੋ ਇੱਕ ਛੋਟਾ ਪੁੱਤਰ ਲਾਲ ਸਿੰਘ, ਉਹਨੂੰ ਮਾਰੇ ਨੇ ਆਪ ਹੀ ਸ਼ਹੀਦੀ ਲਈ ਨਹੀਂ ਸੀ ਤਿਆਰ ਕੀਤਾ। ਇਹ ਵੰਸ਼ ਇਹਨਾਂ ਦੀ ਉੱਥੋਂ ਅੱਗੇ ਅੱਜ ਤੱਕ ਚੱਲ ਰਹੀ, ਇਹਨਾਂ ਦੇ ਖਾਨਦਾਨ ਦੀ। ਸੰਗਤ ਜੀ ਇਹ ਕਿਹੋ ਜਿਹੇ ਸਿੱਖ ਹੋਣਗੇ ਤੁਸੀਂ ਦੇਖੋ, ਹੈ ਨਹੀਂ ਵੀ ਐਡੇ ਰਾਜਿਆਂ ਵਰਗੇ ਠਾਠ ਬਾਠ ਇੰਨਾ ਸਾਰਾ ਕੁਛ। ਤੇ ਆਪਾਂ ਤਾਂ ਬੱਚੇ ਸਾਂਭ ਸਾਂਭ ਕੇ ਆਪਣੇ ਰੱਖਦੇ ਹਾਂ। ਤਾਂ ਉਹ ਦੇਖੋ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਕੇ ਸ਼ਹੀਦੀਆਂ ਪਾਈਆਂ ਧਰਮ ਦੀ ਖਾਤਰ, ਸੱਚ ਦੀ ਖਾਤਰ। ਫਿਰ ਇਹ ਦੇਖੋ ਵੀ ਗੁਰੂ ਕਿਹੋ ਜਿਹੇ ਹੋਣਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਇਹ ਗੁਰੂ ਨਾਨਕ ਦੀ ਜੋਤ ਕਿਹੋ ਜਿਹੀ ਹੋਵੇਗੀ, ਜਿਹਨੂੰ ਇੰਨਾ ਪਿਆਰ ਕਰਨ ਵਾਲੇ ਸੰਗਤਾਂ ਸਿੱਖ ਆਪਣਾ ਆਪ ਨਿਸ਼ਾਵਰ ਕਰਨ ਵਾਲੇ। ਸੋ ਹੁਣ ਆਪਾਂ ਦੂਸਰੇ ਸਿੱਖ ਨੂੰ ਲਈਏ, ਬਾਬਾ ਲੱਖੀ ਸ਼ਾਹ ਵਣਜਾਰਾ। ਸੋ ਅੱਜ ਨਾ ਵਣਜਾਰਿਆਂ ਨੂੰ ਅਸੀਂ ਐਵੇਂ ਹੀ ਸਮਝਦੇ ਹਾਂ। ਸੋ ਕਾਰਨ ਤਾਂ ਸਰਕਾਰਾਂ ਹੋ ਗਈਆਂ, ਪਿੱਛੇ ਹਕੂਮਤਾਂ ਹੋ ਗਈਆਂ। ਸੋ ਸਾਡੇ ਮਨ ਦੇ ਵਿੱਚ ਵੀ ਉਹੋ ਜਿਹਾ ਸਤਿਕਾਰ ਨਹੀਂ। ਪਰ ਇਹ ਕੌਣ ਲੋਕ ਨੇ, ਇਹਨਾਂ ਨੇ ਕਿਵੇਂ ਜੀਵਨ ਗੁਰੂ ਦੇ ਉੱਤੇ ਵਾਲੇ ਹਾਰੇ ਕੀਤਾ। ਔਰ ਹਿੰਦੁਸਤਾਨ ਦੇ ਸਭ ਤੋਂ ਵੱਡੇ ਅਮੀਰ ਇਹ ਨੇ ਰਾਜੇ ਤੋਂ ਬਾਅਦ, ਹਿੰਦੁਸਤਾਨ ਦੇ ਬਾਦਸ਼ਾਹ ਤੋਂ ਬਾਅਦ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਜਿਹੜੇ ਨੇ ਯਾਦਵ ਰਾਜਪੂਤ ਖਾਨਦਾਨ ਨੂੰ ਬਿਲੋਂਗ ਕਰਦੇ ਨੇ। ਇਹ 1580 ਦੇ ਵਿੱਚ ਮੁਲਤਾਨ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ। ਤਕਰੀਬਨ 100 ਸਾਲ ਉਮਰ ਇਹਨਾਂ ਨੇ ਭੋਗੀ ਹੈ, ਮਤਲਬ ਸਿਰਫ 2 ਮਹੀਨੇ ਘੱਟ। ਸੋ 99 ਸਾਲ 8 ਮਹੀਨੇ ਦੀ ਉਮਰ ਇਹਨਾਂ ਨੇ, ਇੰਨਾ ਸਮਾਂ ਇਹਨਾਂ ਨੂੰ ਇਸ ਧਰਤੀ ਦੇ ਉੱਤੇ ਮਿਲਿਆ। ਸੋ ਇਹਨਾਂ ਦੇ ਵੀ ਜਿਹੜੇ ਵੱਡੇ ਵਡੇਰੇ ਸਨ, ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਦਾ ਵੱਡੇ ਵਡੇਰਿਆਂ ਦੀ ਮੁਲਾਕਾਤ ਹੋਈ ਸੀ। ਇਹ ਵੀ ਪਰਿਵਾਰ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਹੀ ਜਿਹੜਾ ਹੈ ਉਹ ਸਿੱਖੀ ਕਮਾ ਰਿਹਾ, ਮਹਾਰਾਜ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ। ਇਹਨਾਂ ਦੇ ਜਿਹੜੇ ਵੱਡੇ ਵਡੇਰੇ ਨੇ, ਗੁਰੂ ਮਹਾਰਾਜ ਜਦੋਂ ਉੱਤਰਾਖੰਡ ਦੇ ਵਿੱਚ ਗਏ ਨੇ, ਉੱਥੇ ਇਹਨਾਂ ਦੇ ਵੱਡੇ ਵਡੇਰਿਆਂ ਦਾ ਟਾਂਡਾ ਹੈ। ਟਾਂਡਾ ਉਹਨੂੰ ਕਿਹਾ ਜਾਂਦਾ ਜਿੱਥੇ ਕਿ ਕਾਫਲਾ ਰੁਕਦਾ ਇਹਨਾਂ ਦਾ। ਸੋ ਇਹਨਾਂ ਦਾ ਲੱਖੀ ਸ਼ਾਹ ਵਣਜਾਰਾ ਜੀ ਦਾ ਕੀ ਬਿਜ਼ਨਸ ਹੈ, ਬਹੁਤ ਵੱਡਾ ਇਹਨਾਂ ਦਾ ਬਿਜ਼ਨਸ ਹੈ। ਇਹ ਸ਼ਾਹੀ ਜਿਹੜਾ ਹੈ ਉੱਥੇ ਰਸਦਾ ਵਸਦਾ ਪਹੁੰਚਾਉਂਦੇ ਨੇ ਇਹ ਰਾਜੇ ਦੇ ਦਰਬਾਰ ਦੇ ਵਿੱਚ ਜਾਂ ਉਹਦੀ ਆਰਮੀ ਦੇ ਵਿੱਚ, ਤਾਂ ਹੋਰ ਵੀ ਹਰ ਪਾਸੇ ਇਹਨਾਂ ਦਾ ਬੜਾ ਵੱਡਾ ਬਿਜ਼ਨਸ ਹੈ। ਇਹਨਾਂ ਦੀ ਪ੍ਰਾਪਰਟੀ ਕਿੰਨੀ ਹੈ ਕਿ 100 ਪਿੰਡਾਂ ਦੇ ਪਿੰਡ ਨੇ ਇਹਨਾਂ ਦੇ ਕੋਲ। ਮਤਲਬ ਰਾਜੇ ਤੋਂ ਬਾਅਦ ਅਗਰ ਹਿੰਦੁਸਤਾਨ ਦੇ ਬਾਦਸ਼ਾਹ ਤੋਂ ਬਾਅਦ ਅਗਰ ਵੱਡੀਆਂ ਜ਼ਗੀਰਾਂ ਕਿਸ ਕੋਲ ਨੇ, ਤਾਂ ਬਾਬਾ ਲੱਖੀ ਸ਼ਾਹ ਵਣਜਾਰਾ ਤੋਂ। ਵੱਡੇ ਵਪਾਰੀ ਵੀ ਇਹੀ ਨੇ। ਸੋ ਇਹਨਾਂ ਦਾ ਬੜਾ ਇੱਕ ਆਪਣਾ ਦਬਦਬਾ, ਅਸਰ, ਰਸੂਖ ਹੈ। ਔਰ 3 ਤੋਂ 4 ਲੱਖ ਵਰਕਰਸ ਇਹਨਾਂ ਦੇ ਅੰਡਰ ਕੰਮ ਕਰਦੇ ਨੇ। 3 ਲੱਖ ਘੋੜੇ, ਪਤਾ ਨਹੀਂ ਕਿੰਨੇ ਊਠ, ਪਤਾ ਨਹੀਂ ਕਿੰਨੇ ਹਾਥੀ, ਕਿੰਨੇ ਇਹਨਾਂ ਦੇ ਗੱਡੇ, ਕਿੰਨੇ ਬਲਦ ਗੱਡਿਆਂ ਤੇ ਜਿਨ੍ਹਾਂ ਦੇ ਬਿਜ਼ਨਸ ਲੱਦ ਕੇ ਕਰਦੇ ਸਨ। ਸੋ ਬਹੁਤ ਜ਼ਿਆਦਾ ਅਮੀਰ ਇਹ ਬਾਬਾ ਜੀ ਨੇ। ਤਾਂ ਇਹਨਾਂ ਦੇ ਜਿਹੜੇ ਵੱਡੇ ਵਡੇਰੇ ਨੇ, ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉੱਤਰਾਖੰਡ ਪਹੁੰਚੇ ਨੇ, ਉਹਨਾਂ ਦਾ ਕਾਫਲਾ ਰੁਕਿਆ ਹੋਇਆ, ਕਿਉਂਕਿ ਇਹ ਰਸਦਾਂ ਲੈ ਲੈ ਕੇ ਜਾਂਦੇ ਨੇ, ਇੱਕ ਥਾਂ ਤੋਂ ਦੂਸਰੀ ਥਾਂ ਵੇਚਦੇ ਨੇ। ਤਾਂ ਉਹ ਕਾਫੀ ਇਹਨਾਂ ਦਾ ਵੱਡਾ ਕਾਫਲਾ, ਤਾਂ ਰਸਤੇ ਵਿੱਚ ਰੁਕ ਰੁਕ ਕੇ ਜਾਂਦੇ ਨੇ। ਉੱਥੇ ਕਾਫਲਾ ਰੁਕਿਆ ਹੈ, ਉਹਨੂੰ ਟਾਂਡਾ ਕਹਿੰਦੇ ਨੇ।
ਉੱਥੇ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਵੀ ਆਪਣਾ ਡੇਰਾ ਕਰ ਲੈਂਦੇ ਨੇ ਤੇ ਉਹ ਬੈਠ ਕੇ ਕੀਰਤਨ ਕਰਦੇ ਨੇ, ਬੰਦਗੀ ਕਰਦੇ ਨੇ। ਇਹ ਜਿਹੜਾ ਕਾਫਲਾ ਰੁਕਿਆ ਹੋਇਆ ਇਹਨਾਂ ਦਾ ਬਾਬਾ ਲੱਖੀ ਸ਼ਾਹ ਵਣਜਾਰਾ ਦੇ ਵੱਡੇ ਵਡੇਰਿਆਂ ਦਾ, ਉੱਥੇ ਕਾਫਲੇ ਵਿੱਚੋਂ ਇੰਨੇ EMPLOYEES ਨੇ, ਵਰਕਰਸ ਨੇ, ਕਿਸੇ ਦੇ ਮੁੰਡਾ ਹੋਇਆ, ਲੜਕਾ। ਸੋ ਸਾਰੇ ਰੁਕ ਕੇ ਸੈਲੀਬ੍ਰੇਟ ਕਰ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ। ਤੋ ਖੁਸ਼ੀਆਂ ਮਨਾ ਰਹੇ ਨੇ, ਇੰਨੇ ਅਮੀਰ ਲੋਕ ਨੇ ਇਹ ਸਾਰੇ ਜਾਣੇ, ਤੇ ਉੱਥੇ ਪੀਰਾਂ ਫਕੀਰਾਂ ਵੱਲ ਨੂੰ ਦੇਖਦੇ ਨਹੀਂ। ਆਪ ਤਾਂ ਖੂਬ ਜਸ਼ਨ ਮਨਾ ਰਹੇ ਨੇ, ਸੈਲੀਬ੍ਰੇਟ ਕਰ ਰਹੇ ਨੇ, ਬੱਚੇ ਦੀ ਖੁਸ਼ੀ ਮਨਾ ਰਹੇ ਨੇ। ਲੇਕਿਨ ਗੁਰੂ ਮਹਾਰਾਜ ਦੇ ਭਾਈ ਮਰਦਾਨਾ ਜੀ ਆਪਣਾ ਕੀਰਤਨ ਕਰਦੇ ਨੇ ਤਾਂ ਅੱਗੇ ਉੱਠ ਕੇ ਚੱਲ ਜਾਂਦੇ ਨੇ। ਉਹਨਾਂ ਨੂੰ ਤਾਂ ਕੋਈ ਪਰਵਾਹ ਹੀ ਨਹੀਂ ਆ, ਉਹ ਬੇਪਰਵਾਹ ਨੇ। ਸਤਿਗੁਰ ਤਾਂ ਵੀ ਪੁੱਛਿਆ ਜਾਂ ਨਹੀਂ ਪੁੱਛਿਆ, ਉਹ ਅੱਗੇ ਤੁਰ ਪੈਂਦੇ ਨੇ। ਪਰ ਉਹ ਫਿਰ ਕੀ ਹੁੰਦਾ, ਜਿਸ ਮੁੰਡੇ ਦੀ ਖੁਸ਼ੀ ਮਨਾ ਰਹੇ ਸਨ, ਜਸ਼ਨ ਮਨਾ ਰਹੇ ਸਨ, ਉਸ ਬੱਚੇ ਦੀ ਡੈਥ ਹੋ ਗਈ। ਉਹ ਫਿਰ ਇਹਨਾਂ ਨੂੰ ਲੱਗਿਆ ਵੀ ਅਸੀਂ ਪੀਰਾਂ ਫਕੀਰਾਂ ਦਾ ਸਤਿਕਾਰ ਨਹੀਂ ਕੀਤਾ। ਵੀ ਅਮੀਰ ਲੋਕ ਤਾਂ ਵੈਸੇ ਹੀ ਖੁਸ਼ ਹੋ ਕੇ ਕਿੰਨਾ ਕੁਛ ਵੰਡਦੇ ਨੇ, ਕਿੰਨਾ ਕੁਛ ਕਰਦੇ ਨੇ। ਇਹਨਾਂ ਨੇ ਲੰਗਰ ਪ੍ਰਸ਼ਾਦਾ ਤੱਕ ਵੀ ਨਹੀਂ ਮਹਾਰਾਜ ਨੂੰ ਛਕਾਇਆ। ਇਹਨਾਂ ਨੂੰ ਲੱਗਿਆ ਵੀ ਸਾਡੇ ਕੋਲ ਬੜੀ ਵੱਡੀ ਜਿਹੜੀ ਉਹ ਭੁੱਲ ਹੋ ਗਈ। ਸੋ ਉਹ ਇਹਨਾਂ ਦੇ ਦਾਦਾ ਜੀ ਸਨ, ਉਹ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ, ਜਿਹੜੇ ਜਿਨ੍ਹਾਂ ਦਾ ਕਾਫਲਾ ਸੀ, ਜਿਨ੍ਹਾਂ ਦਾ ਐਡਾ ਵੱਡਾ ਬਿਜ਼ਨਸ ਸੀਗਾ। ਉਹਨਾਂ ਨੇ ਫਿਰ ਆਪਣਾ ਇੱਕ ਵਰਕਰ ਭੇਜਿਆ, EMPLOYEE, ਉਹਨੂੰ ਕਿਹਾ ਵੀ ਉਹ ਪੀਰਾਂ ਫਕੀਰਾਂ ਨੂੰ ਲੈ ਕੇ ਆਓ, ਸਾਡੇ ਕੋਲ ਭੁੱਲ ਹੋ ਗਈ। ਤੋ ਉਹਨੇ ਜਾ ਕੇ ਮਾਫੀ ਮੰਗੀ, ਚਰਨਾਂ 'ਚ ਮੱਥਾ ਟੇਕ ਕੇ। ਮਹਾਰਾਜ ਨੇ ਕਿਹਾ ਕਿਸ ਗੱਲ ਦੀ ਮਾਫੀ? ਕਿਹਾ ਜੀ ਸਾਡੇ ਜਿਹੜੇ ਸਰਦਾਰ ਜੀ ਨੇ, ਨਾਇਕ ਬੋਲਦੇ ਸਨ ਉਹ ਸਰਦਾਰ ਨੂੰ, ਵੀ ਉਹ ਕਹਿੰਦੇ ਨੇ ਅਸੀਂ ਪੀਰਾਂ ਦੀ ਬਾਤ ਨਹੀਂ ਪੁੱਛੀ, ਵੀ ਸਾਡੇ ਕੋਲ ਭੁੱਲ ਹੋ ਗਈ। ਸੋ ਤੁਸੀਂ ਪਹੁੰਚੋ ਜੀ, ਉਹ ਤੁਹਾਡੇ ਕੋਲ ਮਾਫੀ ਮੰਗਣਾ ਚਾਹੁੰਦੇ ਨੇ, ਅਸੀਂ ਸਾਰੇ ਮਾਫੀ ਮੰਗਣਾ ਚਾਹੁੰਦੇ ਹਾਂ। ਮਹਾਰਾਜ ਜੀ ਕਹਿੰਦੇ ਨਹੀਂ, ਅਸੀਂ ਕਿਸੇ ਨਾਲ ਕੋਈ ਨਾਰਾਜ਼ ਨਹੀਂ, ਉਹ ਤਾਂ ਤੁਹਾਡੀ ਆਪਣੀ ਹੈ, ਪੁੱਛਣਾ ਜਾਂ ਨਹੀਂ ਪੁੱਛਣਾ। ਅਸੀਂ ਕਿਸੇ ਨਾਲ ਕੋਈ ਨਾਰਾਜ਼ ਨਹੀਂ, ਅਸੀਂ ਤਾਂ ਆਪਣੀ ਬੰਦਗੀ ਦੇ ਵਿੱਚ ਹਾਂ। ਪਰ ਉਹ ਬੇਨਤੀ ਕਰਕੇ ਮਹਾਰਾਜ ਨੂੰ ਲੈ ਕੇ ਗਿਆ ਤਾਂ ਇਹਨਾਂ ਦੇ ਦਾਦਾ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਨਵਾ ਕੇ ਮਾਫੀ ਮੰਗੀ, ਬੜਾ ਸਤਿਕਾਰ ਕੀਤਾ, ਬੜੀ ਆਓ ਭਗਤ ਕੀਤੀ। ਤੋਂ ਉੱਥੋਂ ਹੀ ਫਿਰ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਿੱਖ ਬਣ ਗਏ ਇਹਨਾਂ ਦੇ ਦਾਦਾ ਜੀ। ਉਦੋਂ ਤੋਂ ਫਿਰ ਇਹਨਾਂ ਦਾ ਜਿਹੜਾ ਪਰਿਵਾਰ ਹੈ, ਕਿਉਂਕਿ ਇਹਨਾਂ ਦੀ ਆਪਣੀ ਬੜੀ ਲੰਬੀ ਉਮਰ ਹੈ, 100 ਸਾਲ ਦੀ ਇਹਨਾਂ ਨੇ ਉਮਰ ਭੋਗੀ ਹੈ, ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਇਹ ਗੁਰੂ ਨਾਨਕ ਦੇ ਘਰ ਦੇ ਜਿਹੜੇ ਨੇ ਸੇਵਾਦਾਰ ਰਹੇ ਨੇ। ਉਹ ਹਰ ਸਾਲ ਪੂਰੇ ਖਾਨਦਾਨ ਦੇ ਨਾਲ, ਜਿਹੜੇ ਜਿੱਥੇ-ਜਿੱਥੇ ਜੋਤ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪ੍ਰਵੇਸ਼ ਕਰਦੀ ਰਹੀ, ਇਹ ਜਾਂਦੇ ਰਹੇ, ਆਪਣੀਆਂ ਭੇਟਾਂ ਵੀ ਅਰਪਣ ਕਰਦੇ ਰਹੇ, ਜੋ ਹੋਰ ਸੇਵਾ ਕਰਨੀ ਸੀ, ਔਰ ਇਲਾਹੀ ਉਪਦੇਸ਼ ਵੀ ਲੈਂਦੇ ਰਹੇ। ਸੋ ਇਹ ਬਾਬਾ ਲੱਖੀ ਸ਼ਾਹ ਵਣਜਾਰਾ ਜਿਹੜਾ, ਹੁਣ ਇਹਨਾਂ ਦੇ ਦਿੱਲੀ ਦੇ ਵਿੱਚ ਬੜੇ ਬਿਜ਼ਨਸ ਨੇ, ਔਰ ਇਹਨਾਂ ਦੀ ਪਤਾ ਹੈ ਸੰਗਤ ਜੀ ਕਿੰਨੀ ਕੁ ਜ਼ਿਆਦਾ ਇਹਨਾਂ ਦੀ ਪ੍ਰਾਪਰਟੀ ਹੈ। ਦਿੱਲੀ ਦੇ ਵਿੱਚ ਜਿਹੜੀ ਕਨੌਟ ਪਲੇਸ, ਰਕਾਬਗੰਜ, ਪਾਰਲੀਮੈਂਟ, ਰਾਸ਼ਟਰਪਤੀ ਭਵਨ, ਗੁਰਦੁਆਰਾ ਰਕਾਬਗੰਜ ਸਾਹਿਬ, ਉਹ ਸਾਰੀ ਇਹਨਾਂ ਦੀ ਆਪਣੀ ਪ੍ਰਾਪਰਟੀ ਸੀ। ਇਹ ਤਾਂ 1911 ਦੇ ਵਿੱਚ ਅੰਗਰੇਜ਼ਾਂ ਨੇ ਜਿਹੜੀ ਹੈ ਸਾਰੀ ਇਹਨਾਂ ਦੀ ਪ੍ਰਾਪਰਟੀ ਐਕਵਾਇਰ ਕਰ ਲਈ ਤੇ ਆਪਣੀ ਉਹਨੂੰ ਰਾਜਧਾਨੀ ਬਣਾ ਲਿਆ। ਇਹ ਸਾਰਾ ਇਹਨਾਂ ਦਾ ਹੀ ਸੀ। ਔਰ ਜਿਹੜਾ ਲੋਹਗੜ੍ਹ ਦਾ ਕਿਲਾ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਉਹ ਰਾਜਧਾਨੀ ਜਿਹੜੀ ਬਣਾਈ ਸੀ, ਉਹ ਵੀ ਇਹਨਾਂ ਦਾ ਹੀ ਸੀ, ਬਾਬਾ ਲੱਖੀ ਸ਼ਾਹ ਵਣਜਾਰੇ ਦਾ ਸੀ। ਔਰ ਉਸ ਇਲਾਕੇ ਵਿੱਚ 100 ਪਿੰਡ ਜਿਹੜੇ ਉਹ ਇਹਨਾਂ ਦੇ ਸਨ। ਔਰ ਥਾਂ-ਥਾਂ ਇਹਨਾਂ ਦੇ ਹਿੰਦੁਸਤਾਨ ਵਿੱਚ ਖੂਹ ਮਿਲਦੇ ਨੇ। 100 ਤੋਂ ਜ਼ਿਆਦਾ ਜਿਹੜੇ ਖੂਹ ਇਹਨਾਂ ਨੇ ਲੋਕਾਂ ਦੇ ਲਵਾਏ। ਮਤਲਬ ਇੰਨਾ ਜਲ ਕਲਿਆਣ, ਇੰਨੀ ਅੰਦਰ ਭਲਾਈ ਕਰਦੇ ਸਨ ਇਹ। ਐਵੇਂ ਨਹੀਂ ਇੰਨੇ ਭਾਗ ਲੱਗਦੇ, ਵੰਡਣਾ ਸੁਭਾਅ ਹੁੰਦਾ ਹੈ, ਤਾਂ ਹੀ ਇਹੋ ਜਿਹੇ ਭਾਗ ਲੱਗਦੇ ਨੇ। ਔਰ ਉੱਪਰੋਂ ਰੂਹਾਨੀਅਤ ਦੇ ਭਾਗ ਇੰਨੇ ਕਿ ਗੁਰੂ ਨਾਨਕ ਦਾ ਘਰ ਮਿਲ ਗਿਆ, ਮਹਾਰਾਜ ਦੇ ਚਰਨਾਂ ਦੇ ਸੇਵਕ ਨੇ। ਸੋ ਇਵੇਂ ਇਹਨਾਂ ਦੇ ਦਾਦੇ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਸਨ, ਫਿਰ ਇਹਨਾਂ ਦਾ ਪਰਾਰ ਇਵੇਂ ਹੀ ਚੱਲਦਾ ਰਿਹਾ। ਤੇ ਜਦੋਂ ਹੁਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਚਾਂਦਨੀ ਚੌਂਕ ਵਿੱਚ ਮਹਾਰਾਜ ਨੇ ਆਪਣੀ ਸ਼ਹੀਦੀ ਦਿੱਤੀ ਹੈ ਸੰਗਤ ਜੀ, ਉਦੋਂ ਇਹ ਬਾਬਾ ਲੱਖੀ ਸ਼ਾਹ ਵਣਜਾਰਾ ਜਿਹੜੇ ਨੇ, ਤੇ ਸਤਿਗੁਰਾਂ ਦਾ ਅਸੀਸ ਤਾਂ ਭਾਈ ਜੈਤਾ ਜੀ ਜਿਹੜਾ ਉਹ ਸੰਭਾਲ ਲੈਂਦੇ ਨੇ। ਔਰ ਜਿਹੜਾ ਧੜ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹ ਬਾਬਾ ਲੱਖੀ ਸ਼ਾਹ ਵਣਜਾਰਾ, ਕਿਉਂਕਿ ਇਹ ਪਹਿਲਾਂ ਹੀ ਸਕੀਮ ਵਿੱਚ ਸਨ, ਇਹਨਾਂ ਨੂੰ ਪਤਾ ਸੀ ਹੁਣ ਮਹਾਰਾਜ ਦੀ ਸ਼ਹਾਦਤ ਜਿਹੜੀ ਹੋ ਜਾਣੀ ਹੈ। ਇਹਨਾਂ ਨੇ ਫਿਰ ਆਪਣੇ ਕਿੰਨੇ ਸਾਰੇ ਗੱਡਿਆਂ ਤੇ, ਮਤਲਬ ਜਿਵੇਂ ਰੂਹ ਦੇ ਗੱਡਿਆਂ ਦਾ ਮਾਲ ਜਿਵੇਂ ਲੱਦਿਆ ਹੋਵੇ, ਤਾਂ ਦੋ ਇੱਕ ਗੱਡੇ ਨੂੰ ਦੋ ਬਲਦ ਨੇ, ਬੈਲ ਲੱਗੇ ਹੋਏ ਨੇ, ਉੱਥੋਂ ਇਹਨਾਂ ਨੇ ਲੰਘਾਏ। ਫਿਰ ਉਹ ਫਿਰ ਬਲਦਾਂ ਦੀ ਪੈਰਾਂ ਦੀ ਧੂੜ ਮਿੱਟੀ ਇੰਨੀ ਸੀ, ਇੰਨਾ ਜ਼ਿਆਦਾ ਇਹਨਾਂ ਦਾ ਕਾਫਲਾ ਸੀ, ਔਰ ਪਤਾ ਸੀ ਇਹ ਬੜਾ ਅਮੀਰ ਵਪਾਰੀ ਹੈ, ਸਰਕਾਰੇ ਦੁਆਰੇ ਬੜੀ ਜਿਹੜੀ ਇਹਨਾਂ ਦੀ ਇੱਜ਼ਤ ਮਾਣ ਹੁੰਦਾ ਹੈ। ਤੋ ਇਹਨਾਂ ਨੂੰ ਤਾਂ ਕੋਈ ਪੁੱਛ ਵੀ ਨਹੀਂ ਸਕਿਆ, ਤੋ ਐਡੇ ਉਹ ਬਲਦ ਲੈ ਕੇ ਉੱਥੋਂ ਆਪਣਾ ਗੱਡਿਆਂ ਤੱਕ ਲੈ ਕੇ ਉੱਥੇ ਪਹੁੰਚ ਗਏ। ਤਾਂ ਬੜੀ ਹੁਸ਼ਿਆਰੀ ਦੇ ਨਾਲ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਧੜ ਹੈ ਉਹ ਸਮੇਟ ਲੈਂਦੇ ਨੇ, ਆਪਣੇ ਰੂੰ ਦੇ ਗੱਡੇ ਵਿੱਚ ਲਪੇਟ ਲੈਂਦੇ ਨੇ, ਔਰ ਇਵੇਂ ਫਿਰ ਆਪਣਾ ਕਾਫਲਾ ਲੈ ਕੇ ਉੱਥੋਂ ਚਲੇ ਜਾਂਦੇ ਨੇ। ਔਰ ਆਪਣੇ ਮਹਿਲ, ਆਪਣੇ ਘਰ ਵਿੱਚ, ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਹੈ, ਉੱਥੇ ਫਿਰ ਮਹਾਰਾਜ ਦੇ ਧੜ ਨੂੰ ਇਹ
ਉੱਥੇ ਅਗਨੀ ਭੇਟਾ ਕਰਦੇ ਨੇ, ਸੰਸਕਾਰ ਕਰਦੇ ਨੇ, ਆਪਣੇ ਘਰ ਨੂੰ ਹੀ ਅੱਗ ਲਗਾ ਦਿੰਦੇ ਨੇ। ਇਹ ਦੇਖੋ ਸਿੱਖ ਦਾ ਪ੍ਰੇਮ, ਪੂਰਾ ਆਪਣਾ ਘਰ ਉੱਥੇ ਜਲਾ ਦਿੰਦੇ ਨੇ, ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਹੈ। ਤੋ ਇਹ ਕਿੰਨਾ ਕਿ ਸਿੱਖਾਂ ਦਾ ਪ੍ਰੇਮ ਇੱਥੇ ਹੀ ਬਸ ਨਹੀਂ। ਅਗਰ ਬਾਬਾ ਲੱਖੀ ਸ਼ਾਹ ਵਣਜਾਰਾ ਇਹਨਾਂ ਦੇ ਖਾਨਦਾਨ ਨੂੰ ਦੇਖੀਏ ਨਾ, ਤਾਂ ਲੂੰ ਕੰਢੇ ਖੜੇ ਹੋ ਜਾਂਦੇ ਨੇ। ਇਹਨਾਂ ਦੇ ਖਾਨਦਾਨ ਦੀਆਂ ਕਿੰਨੀਆਂ ਸ਼ਹੀਦੀਆਂ ਨੇ। ਇਹਨਾਂ ਦੇ ਆਪਣੇ ਜਿਹੜੇ ਨੇ ਬਾਬਾ ਜੀ ਦੇ 8 ਪੁੱਤਰ ਨੇ, ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦੇ, ਔਰ 2 ਗੁਰੂ ਗੋਬਿੰਦ ਸਿੰਘ ਜੀ ਦੀ ਆਰਮੀ ਦੇ ਵਿੱਚ ਇਹਨਾਂ ਨੇ ਭਰਤੀ ਕੀਤੇ, ਦੋਨਾਂ ਦੀਆਂ ਸ਼ਹੀਦੀਆਂ ਉੱਥੇ। 5 ਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਆਰਮੀ ਵਿੱਚ ਭਰਤੀ ਕੀਤੇ, 5 ਦੀਆਂ ਸ਼ਹੀਦੀਆਂ। ਇਹਨਾਂ ਦੀ ਆਪਣੀ ਬੇਟੀ ਜਿਹੜੀ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਵਿਆਹੀ ਹੋਈ ਹੈ, ਸੋ ਉਹ ਬੇਟੀ ਵੀ ਸ਼ਹੀਦ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਇਹਨਾਂ ਦਾ ਜਵਾਈ ਵੀ ਸ਼ਹੀਦ। ਇਹਨਾਂ ਦੇ ਅੱਗੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਜਿਹੜੇ ਬੱਚੇ ਨੇ, ਉਹ ਇਹਨਾਂ ਦੇ ਦੋਤਰੇ ਵੀ ਸ਼ਹੀਦ, ਇਹਨਾਂ ਦੇ ਪੋਤੇ ਵੀ ਅੱਗੋਂ ਸ਼ਹੀਦ। ਇਹਨਾਂ ਦੇ ਖਾਨਦਾਨ ਦੇ ਅੰਦਰ ਤੇ ਇੰਨੀਆਂ ਇਹਨਾਂ ਦੇ 24 ਦੇ 24 ਪੜਪੋਤਰੇ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ। ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਸੁਨੇਹਾ ਭੇਜ ਦਿੰਦੇ ਨਾ ਗੁਰੂ ਮਹਾਰਾਜ ਦੇ ਹੁਕਮਨਾਮੇ ਲੈ ਕੇ, ਉਹਨਾਂ ਦੀ ਆਰਮੀ 'ਚ ਭਰਤੀ ਹੋ ਕੇ ਉਹਨਾਂ ਨੇ ਵੀ ਸ਼ਹੀਦੀਆਂ ਪਾਈਆਂ। ਸੋ ਇਹ ਰਾਜੇ ਲੋਕ ਸਭ ਤੋਂ ਅਮੀਰ ਨੇ ਹਿੰਦੁਸਤਾਨ ਦੇ। ਅੱਜ ਦੇ ਕਹੋ ਕਿਸੇ ਅਮੀਰ ਬੰਦੇ ਨੂੰ ਵੀ ਏਦਾਂ ਉਹ ਆਪਣਾ ਆਪ ਵਾਰ ਕੇ ਰੱਖ ਦੇਵੇ ਧਰਮ ਦੇ ਉੱਤੋਂ, ਸੱਚ ਦੇ ਉੱਤੋਂ, ਗੁਰੂ ਦੇ ਉੱਤੋਂ, ਇਹ ਗੁਰੂ ਦੀ ਬਖਸ਼ਿਸ਼ ਹੈ। ਇਹੋ ਜਿਹਾ ਗੁਰਸਿੱਖ ਜਿਹੜਾ ਹੈ ਇਹ ਗੁਰੂ ਦੀ ਕਿਰਪਾ ਦੇ ਨਾਲ ਬਣਦੇ ਨੇ। ਸੋ ਇਹੋ ਜਿਹੇ ਗੁਰਸਿੱਖਾਂ ਨੂੰ ਅਸੀਂ ਕਿੰਨਾ ਕੁ ਨਮਸਕਾਰ ਕਰ ਲਈਏ, ਕਿੰਨਾ ਕੁ ਨਮਸਕਾਰ ਕਰ ਲਈਏ, ਅਸੀਂ ਕਰ ਹੀ ਨਹੀਂ ਸਕਦੇ। ਉਹ ਗੁਰਸਿੱਖ ਦੀ ਮਹਾਨਤਾ ਕੀ ਹੈ, ਗੁਰਬਾਣੀ ਕੀ ਕਹਿੰਦੀ ਹੈ, ਗੁਰਸਿੱਖ ਦਾ ਦਰਜਾ ਕੀ ਹੈ, ਇਹ ਹੁਣ ਅਸੀਂ ਵਿਚਾਰੀਏ ਜਰਾ। ਮਹਾਰਾਜ ਜੀ ਕਹਿੰਦੇ ਨੇ, ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਧੰਨ ਧੰਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤੇ ਹਨ। ਕਹਿੰਦੇ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਨੇ ਉਹਨਾਂ ਨੂੰ ਭਗਤ ਕਹਿੰਦੇ ਨੇ, ਉਹਨਾਂ ਦੇ ਧੰਨ ਭਾਗ ਨੇ, ਕਿਉਂਕਿ ਉਹ ਹਰੀ ਦਾ ਨਾਮ ਆਪਣੇ ਮੁਖ ਤੋਂ ਉਚਾਰਦੇ ਨੇ, ਉਹਦਾ ਨਾਮ ਜਪਦੇ ਨੇ, ਉਹ ਉਹਨਾਂ ਦੇ ਵੱਡੇ ਭਾਗ ਨੇ, ਉਹ ਧੰਨ ਧੰਨ ਨੇ। ਫਿਰ ਕਹਿੰਦੇ ਨੇ ਧੰਨ ਧੰਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਦੇ ਆ। ਉਹਨਾਂ ਸਾਧ ਜਨਾਂ ਦੇ ਵੀ ਧੰਨ ਭਾਗ ਨੇ ਜਿਹੜੇ ਕਿ ਹਰੀ ਦਾ ਜਸ ਆਪਣੇ ਕੰਨਾਂ ਦੇ ਨਾਲ ਸੁਣਦੇ ਨੇ, ਉਹ ਵੀ ਵੱਡੇ ਭਾਗਾਂ ਵਾਲੇ ਨੇ। ਹੁਣ ਕਹਿੰਦੇ ਨੇ ਧੰਨ ਧੰਨ ਭਾਗ ਤਿਨਾ ਗੁਰਮੁਖਾਂ, ਸੋ ਜੋ ਹਰ ਕੀਰਤਨ, ਧੰਨ ਧੰਨ ਭਾਗ ਤਿਨਾ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਣਤੇ ਆ। ਸੋ ਉਹਨਾਂ ਗੁਰਮੁਖਾਂ ਦੇ ਵੀ ਭਾਗ ਵੱਡੇ ਨੇ। ਉਹ ਕੀ ਕਰਦੇ ਨੇ, ਜਿਹੜੇ ਗੁਰੂ ਦਾ ਉਪਦੇਸ਼ ਲੈ ਕੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ। ਸੋ ਸੰਤਾਂ ਦੇ ਵੀ ਵੱਡੇ ਭਾਗ ਨੇ ਜਿਹੜੇ ਹਰੀ ਦਾ ਜਸ ਆਪਣੇ ਕੰਨਾਂ ਨਾਲ ਸੁਣਦੇ ਨੇ। ਸਾਧਾਂ ਦੇ ਭਾਗ ਵੱਡੇ ਨੇ ਜਿਹੜੇ ਕਿ ਪਰਮਾਤਮਾ ਨੂੰ ਧਿਆ ਕੇ ਉਹਦੇ ਵਰਗੇ ਗੁਣ ਆਪਣੇ ਅੰਦਰ ਪੈਦਾ ਕਰ ਲੈਂਦੇ ਨੇ। ਹੁਣ ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਇਹਨਾਂ ਸਾਰਿਆਂ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਨੇ, ਭਗਤਾਂ ਤੋਂ ਵੀ, ਸਾਧਾਂ ਤੋਂ ਵੀ, ਸੰਤਾਂ ਤੋਂ ਵੀ। ਗੁਰਸਿੱਖ ਦੀ ਅਵਸਥਾ ਫਿਰ ਕੀ ਹੋਵੇਗੀ। ਐਡੇ ਵੱਡੇ ਭਾਗ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਦੇ, ਉਹ ਗੁਰਸਿੱਖਾਂ ਦੇ ਜਿਹੜੇ ਸਤਿਗੁਰ ਦੇ ਚਰਨੀ ਪੈਂਦੇ ਨੇ। ਚਰਨੀ ਪੈਣ ਦਾ ਮਤਲਬ ਭਾਵ ਆਪਣਾ ਆਪ ਹੀ ਮਿਟਾ ਦਿੰਦੇ ਨੇ। ਇਹ ਹੈ ਨਹੀਂ ਇਹ ਹੋਈ ਗੁਰਸਿੱਖ ਜਿਨ੍ਹਾਂ ਨੇ ਆਪਣਾ ਆਪ ਮਿਟਾਇਆ। ਮੇਰਾ ਮੁਝਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਆਪਣਾ ਵੀ ਤਨ ਮਨ ਧਨ ਵਾਰਿਆ, ਆਪਣੇ ਅੱਗੇ ਜਸਨ ਤਾਂ ਲੱਗਦੇ ਮੇਰਾ ਪੁੱਤਰ, ਮੇਰੇ ਪੁੱਤਰ, ਮੇਰੀ ਧੀ, ਪਰ ਨਹੀਂ, ਇਹ ਕਹਿੰਦੇ ਗੁਰੂ ਦੇ ਨੇ, ਇਹ ਗੁਰੂ ਦੇ ਲੇਖੇ ਲੱਗ ਗਏ ਨੇ। ਗੁਰੂ ਸੱਚ ਹੈ, ਇਹ ਸੱਚ ਦੇ ਲੇਖੇ ਲੱਗ ਗਏ ਨੇ। ਗੁਰੂ ਸਹੀ ਮੈਨੇ ਧਰਮ ਗੁਰੂ ਹੈ, ਕਿਉਂਕਿ ਇਹ ਗੁਰੂ ਇੱਕ ਦਾਇਰੇ ਨਾਲ ਨਹੀਂ ਨਾ ਬੰਨਿਆ ਹੋਇਆ, ਗੁਰੂ ਮਾਨਵਤਾ ਦਾ ਧਰਮ ਹੈ। ਸੋ ਇਹ ਇਹੋ ਜਿਹਾ ਗੁਰਸਿੱਖਾਂ ਦਾ ਗੁਰਬਾਣੀ ਵਿੱਚ ਕਿੰਨਾ ਸਤਿਕਾਰ ਹੈ। ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ, ਤਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ ਜੋ ਗੁਰ ਕੇ ਭਾਣੇ ਗੁਰਸਿੱਖ ਚੱਲਿਆ। ਕਹਿੰਦੇ ਜਿਹੜੇ ਗੁਰੂ ਦੇ ਭਾਣੇ ਵਿੱਚ ਗੁਰਸਿੱਖ ਚੱਲਦਾ ਨਾ, ਉਸ ਗੁਰਸਿੱਖ ਨੂੰ ਤਾਂ ਅਸੀਂ ਸਦਾ ਹੀ ਸਦਾ ਨਮਸਕਾਰਾਂ ਕਰਦੇ ਹਾਂ। ਸੋ ਇਹੋ ਜਿਹੇ ਗੁਰਸਿੱਖਾਂ ਨੂੰ ਕਿੰਨੀਆਂ ਕੁ ਅਸੀਂ ਨਮਸਕਾਰਾਂ ਕਰ ਲਈਏ ਸੰਗਤ ਜੀ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਕਿਹਨੂੰ ਕਿਹਾ ਜਾ ਸਕਦਾ। ਹੁਣ ਸਾਨੂੰ ਪਤਾ ਤਾਂ ਲੱਗੇ ਨਾ ਗੁਰਸਿੱਖ ਕਿਹਨੂੰ ਕਿਹਾ ਜਾ ਸਕਦਾ। ਕਹਿੰਦੇ ਨੇ ਗੁਰਮੁਖ ਜਨਮਸਕਾਰ ਥਾ ਗੁਰਸਿੱਖ ਮਿਲ ਗੁਰਸਰਨੀ ਆਇਆ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ, ਪਹਿਲਾਂ ਤਾਂ ਮਤਲਬ ਆਪਣੇ ਆਪ ਨੂੰ ਸਰੈਂਡਰ ਕਰਨ ਦੇ ਲਈ ਆਉਂਦਾ ਗੁਰੂ ਦੇ ਅੱਗੇ। ਹੁਣ ਜੋ ਗੁਰੂ ਉਪਦੇਸ਼ ਦੇਣਗੇ, ਮੈਂ ਉਹ ਗੁਰੂ ਦੇ ਉਪਦੇਸ਼ਾਂ ਨੂੰ ਕਮਾਣਾ, ਆਪਣੇ ਜੀਵਨ ਵਿੱਚ ਮੈਂ ਚੱਲਣਾ ਆ। ਫਿਰ ਆਦਿ ਪੁਰਖ ਆਦੇਸ਼ਕਾਰ ਸਫਲ ਮੂਰਤ ਗੁਰਦਰਸ਼ਨ ਪਾਇਆ।
पर दखना डंडौत कर मस्तक चरण कमल गुर लाया, सतगुर पुरख दयाल होए वाहिगुरु सच मंत्र सुनाया। सो गुरु की परमात्मा की किरपा नाल गुरु मिलिया है, फिर गुरु की टहल सेवा की। गुरु ने की किया, गुरु ने गुर मंत्र सुनाया, वाहिगुरु सच्चा मंत्र सुनाया। वाहिगुरु का मतलब उस परमात्मा की वाह वाह करनी सिखाई, जिहड़ा सारा कुछ दे रहा है सानू, जिन्हें साडे जी जान पिंड प्राण भी जिस परमात्मा ने सानू दिता, सब कुछ वरतन नूं भी उही दे रहा। उस परमात्मा नूं वाह वाह करना गुरु ने जिहड़ा सिखा दिता अपने सिख नूं। ਅਸੀਂ ਤਾਂ कर नहीं पाते वाह, ਸਾਡੇ ਕੋਲ ਤਾਂ ਸ਼ੁਕਰਾਨਾ है नहीं परमात्मा ਲਈ, कदी कर लिया कदी नहीं, पर गुरु हर वेले शुकराने के भाव विच लैके आ जाता अपने गुरसिख नूं। सो कहते सच रास रह रास दे, पैरी पै जग पैरी पाया। हुण अगों देखो गुरसिख दे गुण की ने, काम क्रोध विरोध ये अंदरों जिहड़े ने खत्म कर दिंदा, लोभ मोह अहंकार तजाया, ये सारियां चीज़ां नूं दूर कर दिंदा गुरसिख गुरु दे उपदेश लै लैके। गुरसिख लै गुरसिख सदाया, गुरु की सिक्ख्या लैके मतलब जिन्हें गुरु की सिक्ख्या नूं अपना लई वो गुरसिख होया। असीं अपनाई नहीं संगत जी, मैं अपनी गल कर रही हूँ। ਇਹੋ ਜਿਹੇ ਗੁਰਸਿੱਖਾਂ ਦੇ ਅਸੀਂ ਚਰਨਾਂ ਦੀ ਧੂੜੀ ਦੇ ਬਰਾਬਰ ਵੀ ਨਹੀਂ। ਇਹੋ ਜਿਹੇ ਗੁਰਸਿੱਖਾਂ ਲੈ ਕੇ ਆ ਗਿਆ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ, ਸਾਡੀ ਵੀ ਕਿਤੇ ਗਤੀ ਹੋ ਜਾਵੇ। ਧੂੜ ਦੇ ਦਾ ਮਤਲਬ ਜਿਨ੍ਹਾਂ ਰਾਹਾਂ ਤੇ ਉਹ ਚੱਲੇ। ਇਹ ਨਹੀਂ ਵੀ ਹੁਣ ਕੋਈ ਸ਼ਹੀਦੀਆਂ ਦੇਣ ਦਾ ਸਮਾਂ ਨਹੀਂ ਹੈਗਾ, ਸਿਰਫ ਗੁਰੂ ਦੇ ਉਪਦੇਸ਼ਾਂ ਮੁਤਾਬਕ ਚੱਲ ਕੇ ਆਪਣੀਆਂ ਮੈਲਾਂ ਉਤਾਰਨ ਦਾ ਸਮਾਂ ਆ, ਆਪਣੇ ਵਿਕਾਰਾਂ ਦੇ ਵਿੱਚੋਂ ਪਾਰ ਹੋਣ ਦਾ ਸਮਾਂ ਆ। ਜਿਹੜੇ ਬੰਧਨਾਂ ਵਿੱਚ ਅਸੀਂ ਬੰਧੇ ਪਏ ਆ, ਇਹਨਾਂ ਵਿੱਚੋਂ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਵਚਨ ਕਮਾ ਕੇ ਉਹਨਾਂ ਤੋਂ ਖਲਾਸੀ ਹੋਣ ਦਾ ਜਿਹੜਾ ਇਹ ਸਮਾਂ ਹੈ। ਉਹ ਅੱਗੇ ਸਮਾਂ ਸੀ ਇਸ ਤਰ੍ਹਾਂ ਦਾ ਸ਼ਹੀਦੀਆਂ ਪਾਉਣ ਦਾ, ਹੁਣ ਸਮਾਂ ਹੋਰ ਹੈ। ਲੇਕਿਨ ਗੁਰੂ ਦਾ ਉਪਦੇਸ਼ ਉਹੀ ਹੈ ਕਿ ਆਪਣਾ ਆਪ ਜਿਹੜਾ ਸਮਰਪਿਤ ਕਰਕੇ ਚੱਲਣਾ, ਤਨ ਮਨ ਧਨ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਸੋ ਗੁਰੂ ਦੀ ਰਜ਼ਾ ਵਿੱਚ ਰਾਜੀ ਰਹਿਣਾ, ਗੁਰੂ ਦੇ ਉਪਦੇਸ਼ਾਂ ਨੂੰ ਕਮਾਉਣਾ। ਭਾਈ ਗੁਰਦਾਸ ਜੀ ਗੁਰਸਿੱਖਾਂ ਦੇ ਮੇਲੇ ਵਿੱਚ ਲਿਖਦੇ ਨੇ, ਸੰਗਤ ਜੀ ਪੜ੍ਹਿਓ, ਕਿੱਡੇ ਗੁਰਸਿੱਖ ਨੂੰ ਕੀ ਕਹਿੰਦੇ ਨੇ। ਕਹਿੰਦੇ ਜਿਹੜਾ ਗੁਰਸਿੱਖ ਆ ਇਹ ਤਾਂ ਦੇਵੀ ਹੈ, ਇਹ ਦੇਵਤਾ ਹੈ, ਇਹ ਜਠੇਰੇ ਹੈ, ਇਹ ਇਸ਼ਟ ਆ, ਇਹੀ ਮਾਂ ਹੈ, ਇਹੀ ਪਿਓ ਹੈ, ਇਹੀ ਪਰਿਵਾਰ ਹੈ। ਜਿਵੇਂ ਆਪਾਂ ਰੱਬ ਨੂੰ ਕਹਿੰਦੇ ਆ ਵੀ ਸਾਡਾ ਤਾਂ ਰੱਬ ਹੀ ਸਾਰਾ ਕੁਛ ਹੈ, ਦੇਵੀ ਦੇਵਤਾ ਮੇਰਾ ਇਸ਼ਟ, ਮੇਰਾ ਮਾਂ, ਮੇਰਾ ਪਿਓ, ਮੇਰਾ ਭਰਾ, ਸਾਰਾ ਕੁਛ ਮੇਰਾ ਰੱਬ ਹੀ ਹੈ। ਇਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਵੀ ਉਸੇ ਅਵਸਥਾ ਦਾ ਹੀ ਮਾਲਕ ਹੈ। ਇਹ ਉਹ ਅਵਸਥਾ ਹੈ ਜਿੱਥੇ ਅਭੇਦ ਹੋ ਗਿਆ, ਜਿੱਥੇ ਗੁਰਸਿੱਖ ਦਾ ਹਿਰਦਾ ਪਰਮਾਤਮਾ ਦਾ ਹੋ ਗਿਆ, ਜਿੱਥੇ ਪਰਮਾਤਮਾ ਦੇ ਹਿਰਦੇ ਵਿੱਚ ਗੁਰਸਿੱਖ ਵਸਣ ਲੱਗ ਗਿਆ। ਇਹ ਉਸ ਅਵਸਥਾ ਦੀ ਮਾਲਕ ਹੈ। ਸੋ ਇਹੋ ਜਿਹੇ ਗੁਰੂ ਕੇ ਸਿੱਖਾਂ ਨੂੰ ਬਾਰੰਬਾਰ ਸਾਡੀਆਂ ਨਮਸਕਾਰਾਂ, ਬਾਰੰਬਾਰ ਸਾਡੀਆਂ ਨਮਸਕਾਰਾਂ। ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਸਾਡੀ ਬੇਨਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਤੁਸੀਂ ਚੱਲ ਕੇ ਗਏ ਆ ਇਹਨਾਂ ਦੇ ਦਾਦਿਆਂ ਪੜਦਾਦਿਆਂ ਦੇ ਕੋਲ, 4 ਝੰਡੇ ਝੂਲ ਰਹੇ ਸਨ, ਤੁਸੀਂ ਦੱਸਣ ਦੇ ਲਈ ਵੀ ਆ ਨਾਮ ਧਨ ਇਕੱਠਾ ਕਰੋ, ਰੂਹਾਨੀਆਂ ਦਾ ਧਨ ਇਕੱਠਾ ਕਰੋ। ਸੋ ਜਿਹਨੂੰ ਗੁਰੂ ਤਾਰਨਾ ਚਾਹਵੇ, ਗੁਰੂ ਕਲਿਆਣ ਕਰਨਾ ਚਾਹਵੇ, ਗੁਰੂ ਚੱਲ ਕੇ ਆਪ ਚਲੇ ਜਾਂਦੇ ਨੇ। ਪੁੰਨ ਤਾਂ ਜ਼ਰੂਰ ਹੋਣਗੇ, ਕਿਉਂਕਿ ਜਦੋਂ ਪੁੰਨ ਕੋਈ ਪ੍ਰਗਟ ਹੁੰਦਾ ਤਾਂ ਭੇਠਿਓ ਪੁਰਖ ਰਸਕ ਵੈਰਾਗੀ, ਤਾਦੀ ਪੁਰਖ ਰਸਕ ਵੈਰਾਗੀ ਉਦੋਂ ਹੀ ਦਰਸ਼ਨ ਹੁੰਦੇ ਨੇ, ਉਦੋਂ ਹੀ ਭੇਟਾਂ ਹੁੰਦੀਆਂ ਨੇ। ਤਾਂ ਸਾਡੀ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਡੇ ਤਾਂ ਕੋਈ ਇਹੋ ਜਿਹੇ ਕਰਮ ਵੀ ਅੱਛੇ ਨਹੀਂ, ਮੈਲਾਂ ਨਾਲ ਅਸੀਂ ਭਰੇ ਹੋਏ ਹਾਂ, ਗੁਨਾਹਾਂ ਦੇ ਨਾਲ ਅਸੀਂ ਭਰੇ ਹੋਏ ਹਾਂ। ਪਲ ਪਲ ਸਾਡਾ ਮਨ ਜਿਹੜਾ ਹੈ ਉਹ ਨੈਗੇਟਿਵਿਟੀ ਵਿੱਚ, ਅਸ਼ਾਂਤੀ ਵਿੱਚ ਚਲਾ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ, ਸਾਰੀ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ 2 ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਤਾਂ ਚੱਲ ਚੱਲ ਜਾ ਕੇ ਕਲਿਆਣ ਕਰਨ ਗਏ ਮਹਾਰਾਜ ਜੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਸੀਂ ਤਾਂ ਬਾਂਹ ਜਿਨ੍ਹਾਂ ਦੀ ਫੜ ਲੈਂਦੇ ਹੋ ਫਿਰ ਉਹਨਾਂ ਨੂੰ ਛੱਡਦੇ ਨਹੀਂ, ਆਪਣਾ ਆਪ ਕੁਰਬਾਨ ਕਰਕੇ ਰੱਖ ਦਿੰਦੇ ਹੋ। ਤੇ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਤੁਸੀਂ ਤਾਂ ਸਾਰਿਆਂ ਦੇ ਰੋਗ ਕਸ਼ਟ ਆਪਣੇ ਉੱਤੇ ਲੈ ਕੇ ਸਭ ਦਾ ਕਲਿਆਣ ਕਰ ਦਿੰਦੇ ਹੋ ਦਾਤਾ ਜੀ। ਇਹ ਸਾਡੀਆਂ ਮੈਲਾਂ, ਸਾਡੇ ਔਗਣ, ਸਾਡੇ ਗੁਨਾਹ, ਸਾਡੇ ਭੈੜੇ ਕਰਮ ਸਾਨੂੰ ਬਖਸ਼ ਦਿਓ ਦਾਤਾ ਜੀ, ਔਰ ਸਾਡਾ ਵੀ ਸਭ ਦਾ ਕਲਿਆਣ ਕਰੋ। ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜੋ, ਸਾਡਾ ਵੀ ਤਨ ਮਨ ਧਨ ਸੌਂਪ ਗੁਰੂ ਕੋ। ਇਹ ਇਹੋ ਜਿਹੀ ਆਪ ਹੀ ਹੱਥ ਦੇ ਕੇ ਸਾਡਾ, ਅਸੀਂ ਤਾਂ ਆਪਣਾ ਆਪਣਾ ਸਮਝੀ ਜਾਂਦੇ ਹਾਂ ਦਾਤਾ ਜੀ। ਇਹ ਅਵਸਥਾ, ਇਹ ਰਹਿਮਤਾਂ, ਇਹ ਬਖਸ਼ਿਸ਼ਾਂ ਸਾਰੀ ਸੰਗਤ ਨੂੰ ਬਖਸ਼ੋ ਦਾਤਾ ਜੀ। ਬਹੁਤ ਜਨਮ ਵਿਸਰੇ ਤੇ ਮਧੋ, ਇਹ ਜਨਮ ਤੁਮਾਰੀ ਲੇਖੇ। ਜਨਮਾਂ ਜਨਮ ਦੇ ਵਿਛੜਿਆਂ ਨੂੰ ਹੁਣ ਮੇਲ ਲਓ ਦਾਤਾ ਜੀ, ਹੁਣ ਸਾਨੂੰ ਸਾਰਿਆਂ ਨੂੰ ਮੇਲ ਲਓ, ਸਾਡੀਆਂ ਭੁੱਲਾਂ ਬਖਸ਼ੋ। ਆਪ ਜੀ ਦੇ ਅੱਜ ਗੁਰਤਾਗਤੀ ਗੁਰਪੁਰਬ ਨੇ ਦਾਤਾ ਜੀ, ਤੁਸੀਂ ਸਭ ਦੀਆਂ ਝੋਲੀਆਂ ਆਪਣੀਆਂ ਰਹਿਮਤਾਂ ਦੇ ਨਾਲ ਭਰਦੇ ਹੋ।
ਤੋ ਸਭ ਦੀਆਂ ਝੋਲੀਆਂ ਆਪਣੀਆਂ ਰਹਿਮਤਾਂ ਦੇ ਨਾਲ ਭਰੋ। ਸੰਸਾਰ ਵਿੱਚ ਜੋ ਇਹ ਰੋਗ ਆਇਆ ਹੈ ਦਾਤਾ ਜੀ, ਇਹ ਵੀ ਆਪ ਨਿਵਾਰਨ ਕਰੋ। ਔਰ ਜਿਹੜੀਆਂ ਰੂਹਾਂ ਸਰੀਰ ਛੱਡ ਕੇ ਗਈਆਂ ਨੇ ਬੜੀ ਅਸ਼ਾਂਤੀ ਵਿੱਚ ਤੜਪ ਕੇ ਦਾਤਾ ਜੀ, ਸਭ ਨੂੰ ਸ਼ਾਂਤੀ ਬਖਸ਼ੋ। ਸਾਰਿਆਂ ਨੂੰ ਜਿਹੜੇ ਇਸ ਸੰਸਾਰ ਵਿੱਚ ਰਹਿ, ਸਾਰਿਆਂ ਨੂੰ ਬਲ ਬਖਸ਼ੋ, ਸ਼ਕਤੀ ਬਖਸ਼ੋ। ਆਪਣੀ ਰਜ਼ਾ ਵਿੱਚ ਸਾਨੂੰ ਰਾਜੀ ਰੱਖੋ ਦਾਤਾ ਜੀ। ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੋ ਸਾਨੂੰ ਸਾਰਿਆਂ ਨੂੰ। ਚਲੋ ਸੰਗਤ ਜੀ, ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਯਾਦ ਕਰੀਏ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰੀਏ ਅਰਦਾਸ ਦੇ ਰੂਪ ਵਿੱਚ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। तेग बहादुर सिमरिए, तेग बहादुर सिमरिए। कारणो निध आवे ताए, सब थाई होए सहाय। तेग बहादुर सिमरिए, तेग बहादुर सिमरिए। ਹੋਈਆਂ ਭੁੱਲਾਂ ਗਲਤੀਆਂ ਸਤਿਗੁਰ ਦਾਤਾ ਜੀ ਸਾਰੀ ਸੰਗਤ ਜੀ ਬਖਸ਼ ਦੇਣਾ ਜੀ। ਹਮੇਸ਼ਾ ਹੀ ਆਪਣੀ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖਣਾ ਸੰਗਤ ਜੀ। ਆਪਣੀਆਂ ਅਸੀਸਾਂ ਬਖਸ਼ਦੇ ਰਹਿਣਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ ਦੇ ਉੱਤੇ ਰਹਿਮਤ ਕਰਨ, ਸਭ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ, ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।